ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨ ਕੇ ਹਰ ਗੋਬਿੰਦ ਸ਼ੋਭ ਸਮਤ ਪਾਰ ਸ਼੍ਰੀ ਹਰਿ ਰਾਇ ਨਾਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੌਨਾ ਸੀਸਾ ਜੀ ਪੌਨਾ ਸੀਸਾ ਬੰਦੋ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਦੋਹਰਾ ਸੰਧਿਆ ਪਾਈ ਬਬੀਖਨਾ ਬੋਲਤ ਬ੍ਰਿੰਦ ਗੁਮਾਏ। ਪੰਜ ਬੀਰ ਗੁਰ ਤੀਰ ਤਬ ਤਿਨ ਕਵਿ ਨਾਮ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ। ਪਤਿਤ ਪਾਵਨ ਗੁਰੂ ਗਰੀਬ ਨਵਾਜ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਭਾਵ ਜੀ ਦੇ ਦਰਸ਼ਨ ਦਿਦਾਰੇ ਰੱਬ ਦੇ ਦਰਸ਼ਨ ਦਿਦਾਰੇ ਹਨ। ਅਕਾਲ ਪੁਰਖ ਪ੍ਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਸਾਧ ਸੰਗ ਸਤਸੰਗ ਪ੍ਰੇਮੀ ਗੁਰੂ ਕੇ ਪਿਆਰੇ ਉਹਨਾਂ ਦੇ ਦਰਸ਼ਨ ਕਰ ਲੈਣ। ਗ੍ਰੰਥ ਪੰਥ ਖਾਲਸ ਵਰਤੰਤਾ। ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਗ੍ਰੰਥ ਗੁਰਬਾਣੀ ਰੂਪ ਵਿੱਚ, ਪੰਥ ਪੰਜ ਸਿੰਘਾਂ ਦੇ ਰੂਪ ਵਿੱਚ ਉਹ ਖਾਲਸੇ ਵਿੱਚ ਵਰਤਦਾ ਹੈ। ਗੁਰੂ ਕਾ ਖਾਲਸਾ ਹੀ ਬਾਣੀ ਪੜ੍ਹਨ ਵਾਲਾ ਹੈ। ਬਾਣੀ ਦਾ ਵਾਸਾ ਉਹਨਾਂ ਸੰਤਾਂ ਦੇ ਹਿਰਦੇ ਵਿੱਚ ਹੈ। ਉਹੀ ਜਦੋਂ ਤਿਆਰ ਬਰ ਤਿਆਰ ਗੁਰੂ ਕੇ ਪਿਆਰੇ
ਪੰਥ ਦੀ ਵਾਗਡੋਰ ਸਾਂਭਦੇ ਹਨ, ਉਹ ਪੰਥ ਬਣ ਜਾਂਦਾ ਹੈ ਖਾਲਸਾ ਜੀਓ। ਐਸੇ ਆਪ ਪੰਥ ਰੂਪ ਵਿੱਚ ਸਾਰੇ ਇਕੱਠੇ ਹੋਏ ਹੋ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ, ਜਿਹੜੇ ਚਮਕੌਰ ਸਾਹਿਬ ਦੀ ਗੜੀ ਵਿੱਚ ਮਹਾਰਾਜੀ 40 ਸਿੰਘਾਂ ਸਮੇਤ 10 ਲੱਖ ਦਾ ਮੁਕਾਬਲਾ ਕਰ ਰਹੇ ਹਨ। ਇਹ ਪੂਰੇ ਵਰਲਡ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਇੱਕ ਪਾਸੇ ਲੂਣ, ਦੂਜੇ ਪਾਸੇ ਬੇਅੰਤ ਆਟਾ ਹੋਵੇ। ਆਟੇ ਵਿੱਚ ਲੂਣ ਦੇ ਬਰਾਬਰ ਇਹ ਗੁਰੂ ਕੇ ਪਿਆਰੇ, ਪਰ ਲੂਣ ਬਿਨਾ ਸਵਾਦ ਵੀ ਨਹੀਂ ਆਉਂਦਾ ਖਾਲਸਾ ਜੀਓ। ਜੇ ਪ੍ਰਸ਼ਾਦੇ ਵਿੱਚ, ਭਾਜੇ ਵਿੱਚ, ਦਾਲੇ ਵਿੱਚ ਕਿਸੇ ਵਸਤੂ 'ਚ ਲੂਣ ਨਾ ਪਵੇ ਨਾ, ਕਹਿੰਦੇ ਸਵਾਦ ਨਹੀਂ ਆਇਆ ਕੋਈ। ਖਾਲਸੇ ਨੇ ਜੋ ਤੇਗਾਂ ਵਾਹੀਆਂ, ਜੋ ਖਿੱਚ ਖਿੱਚ ਕੇ ਤੀਰ ਚਲਾਏ, ਤੇ ਖਾਲਸਾ ਜੀਓ ਉਹਨਾਂ ਨੇ ਆਪਣੇ ਜ਼ੋਹਰ ਵਿਖਾਏ। ਉਹ 40 ਸਿੰਘ ਹੀ ਕਰ ਸਕਦੇ ਸਨ, ਜਿਨ੍ਹਾਂ ਨੇ ਪਹਿਲਾ ਮਰਨ ਕਬੂਲ, जीवन की छड़ आस, हो सबना की रेणुका, तो आओ हमारे पास। जिन्हां ने पहला मरण कबूल किया, चमकौर दी गढ़ी विच ओही रब दे प्यारे सन। ये ओ 40 सिंह बीज हन खालसा जीओ। जिवें श्री सर्वलोक ग्रंथ विच पातशाह जी बयान करदे, 40 नर ਇਹ ਬੀਜ ਖਾਲਸਾ ਹੈ। ਇਹ ਮੇਰੇ ਉਹ ਬੀਜ ਹਨ, ਜਦੋਂ ਧਰਤੀ ਤੇ ਕੋਈ ਲੋੜ ਪੈਂਦੀ ਹੈ ਉਹਨਾਂ 40 ਵਿੱਚੋਂ ਮਹਾਰਾਜ ਇੱਕ ਭੇਜ ਦਿੰਦੇ ਹਨ। ਜਾਓ ਭਾਈ, ਧਰਤੀ ਤੇ ਅਤਿਆਚਾਰ ਨੂੰ ਨਾਸ਼ ਕਰੋ। ਉਹ 1.25 ਲੱਖ ਹੀ ਫਿਰ ਇਕੱਲਾ ਹੀ ਆਉਂਦਾ ਹੈ ਤੇ ਸਾਰੇ ਸਮਾਜ ਨੂੰ ਭਾਜੜਾ ਪਾ ਦਿੰਦਾ ਹੈ ਖਾਲਸਾ ਜੀ। ਉਹੀ ਆਏ। ਇਹ 20ਵੀਂ ਸਦੀ ਵਿੱਚ ਮਹਾਨ ਯੋਧੇ ਪੂਰੇ ਵਰਲਡ ਨੂੰ ਭਾਜੜਾ ਪਾਤੀ ਉਹਨਾਂ ਨੇ ਖਾਲਸਾ ਜੀ। ਉਹ ਪਾਤਸ਼ਾਹ ਉਹਨਾਂ ਸੰਤਾਂ ਮਹਾਂਪੁਰਸ਼ਾਂ ਨੂੰ ਵਾਰੀ ਵਾਰੀ ਭੇਜਦੇ ਹਨ। ਇਹ ਬੀਜ ਹਨ ਗੁਰੂ ਕੇ ਪਿਆਰੇ। ਉਹਨਾਂ ਬੀਜ ਵਿੱਚ ਖਾਲਸਾ ਜੀ ਉਹ ਭਾਈ ਹਿੰਮਤ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਗਏ, ਭਾਈ ਮੋਹਕਮ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਗਏ, ਭਾਈ ਸਾਹਿਬ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਗਏ। ਗੁਰੂ ਕਲਗੀਧਰ ਪਾਤਸ਼ਾਹ ਦੇ ਵੱਡੇ ਲਖਤੇ ਜ਼ਿਗਰ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ ਕਿ ਪਿਤਾ ਜੀ ਮੈਂ ਵੀ ਜਾਵਾਂ। ਪਾਤਸ਼ਾਹ ਕਹਿਣ ਲੱਗੇ ਬੇਟਾ ਯੁੱਧ ਕਰੋਗੇ? ਕਹਿਣ ਲੱਗੇ ਹਾਂ ਮਹਾਰਾਜ। बेटा अपने नाम की लाज रखना, भुल ना जाना कि तुहाडा नाम अजीत सिंह है। जदों पहला जंग फतेह होया सी तुहाडा नाम रखिया सी अजीत सिंह। जित के आए सी श्री भंगाणी दा युद्ध, ते बेटा अजीत रहना है। साहिबजादा अजीत सिंह जी कहन लगे पिता जी नाम का अजीत हूं, जीता ना जाऊंगा। अगर जीता गया तो जीता ना आऊंगा। नाम मेरा अजीत सिंह है, किसे तो जितया नहीं जावांगा। जेकर किसे तो जितया गया तो मुड़ के जिंदा नहीं आवांगा। ऐसे कलगीधर पातशाह दे लखते जिगर साहिबजादा अजीत सिंह जी चमकौर दी गढ़ी तो 5 ਸਿੰਘਾਂ ਦੇ ਸਮੇਤ ਬਾਹਰ ਆਏ। वैरी दल दा लाओ लश्कर समुंदर विच है खालसा जी, समुंदर बराबर है। तो उन्हां विच इन्हां ने आके खालसा जी ऐसी खड़बड़ी मचाई कि खिच खिच के तीर चलाउंदे हन। जदों खालसा तीर मुक गए, फिर खालसा जी बरछा लैके सब दे आहू परोई जाते। फिर श्री साहब जद तक सारे शस्त्र सी उतनी देर तक वैरी दे आहू लांदे गए।
एक वड्डा योधा इन्हां दा हाथी ते चढ़िया, कहंदा फड़ लो इहनूं, जान नहीं देना इहनूं। ते उन्हां वल साहिबजादे ने जदों अखां कीतियां, हाथी ते चढ़िया साहिबजादे ने हाथी दे होदे ते ना अपनियां कूहणियां अड़ा के, हुण ये जंगी करतब हन, कूड़ियां अड़ा के एकदम कटार कड्डी खालसा, कटार कट के उहदी आंदरा बाहर मारिया ते पिछों इन्हां मुगलां ने तीर, श्री साहब, किरपाना, बरछे, गोलियां मार के साहिबजादे नूं शहीद कीता। 393 फट वजे खालसा जीओ। अज तक पूरे कह लो वर्ल्ड के इतिहास विच इतने फट किसी नूं नहीं वजे होने। एक नौजवान योधे नूं 393 फट वजे, साहिबजादा शहीदी दा जाम पी गए ते कलगीधर पातशाह दी अखां चों हंझू नहीं आए। रब जी तेरा शुक्र है, तेरी अमानत तेरे कोल पहुंच गई है। दूजे छोटे लखते जिगर साहिबजादा जुझार सिंह जी जदों देखिया मेरा वड्डा वीर शहीद हो गया, हुण ये आ गए पिता जी मैं भी जावां, अपने वीर वांग शहीदी दा जाम पीवा। कलगीधर पिता जी कहन लगे बेटा लड़ना आउंदा है? कहन लगे जी लड़ना चलो भावें आउंदा जां नहीं आउंदा, मरना तो आता है, मरना तो आउंदा है, शहीदी दा जाम तो पी लवांगा। ते कलगीधर पातशाह ने अपने कमर कस्से तो खालसा जीओ एक नीमचा छोटा शस्त्र हुंदा है, छोटी शनशूरी साहब कहंदे, वो पातशाह कहंदे ये ले जा बेटा। वो कमर कस्से सजा के गए। पंज ਸਿੰਘਾਂ समेत जुझार सिंह जी जा रहे हैं। जंग दे मैदान विच बहुतियां दे आहू लाउंदे गए खालसा जीओ ते जिन्हां जिन्हां वल अगे वधदे गए झटकाउंदे रहे। उम्र कितनी को होवेगी इन्हां दी? लगभग 13-14 साल, इतनी इन्हां दी उम्र है। ते साहिबजादे ने खालसा जीओ अखीरले प्राणा तक अपने फर्ज निभाए, शहीदी दा जाम पीता। उपरंत जदों सारे सिंघां ने वेख्या भी सारे सिंह शहीद हो गए, 5 रह गए सन केवल। इन्हां 5 ने गुरमता किया कि महाराज दा किला छड्डदे ही नहीं, जे पंथ दा वाली बच गया तो पंथ फिर सज जाना है। पर कलगीधर पातशाह ते खुद युद्ध कर रहे हैं ते महाराज आप उच्ची टाड़ी ते चढ़ के पातशाह ने एक तीर चलाया। हुण एक तीर दी रेंज भी जड़े आए खालसा बेअंती पातशाह ने सब नूं झटका के परे मारिया, भाव सारे थल्ले डिगदे गए। ये पातशाह दा कह लो वीर असी करतब है। अजे एको तीर छड्डिया ते सारे पिछे हो गए भी कोई ना अगे वधे ना। कलगीधर पातशाह आप तीर चला रहे हैं। इधरों पंज ਸਿੰਘਾਂ ने गुरमता करके पातशाह कोल पहुंच गए कि महाराज साडी कल्ले कल्ले दी गल नहीं मनणगे, 5 दी गल जरूर मनणगे। ते 5 तैयार होके पातशाह कोल पहुंचे। महाराज जी आप जी किला छड़ के चले जाओ, आप जी नूं 5 दा हुक्म है। ते कलगीधर पातशाह ने इन्हां 5 सामने शीश झुकाया। 7 बजन खालसा जीओ मन नहीं करता तुहानू छड़ के जावां, इत्थे ही चमकौर दी गड़ी विच आज शहीदी दा जाम असीं भी पी लईए। पर 5 दा हुक्म सिर मत्थे प्रवान ते किवें पातशाह इन्हां 5 नूं गुरियाई दे के आप पातशाह चमकौर दी गड़ी तो बाहर आ रहे हैं। आओ इस कथा नूं श्रवण करन लई सारे गुरु के प्यारे अपने सुरते बिरते कागर करदियां शरदा सत्कार नाल उचारण करो जी सतनाम वाहेगुरु साहिब जी। सतनाम श्री वाहेगुरु साहिब जी। दोहरा संध्या पाई बिबीखना,
ਬੋਲਤ ਬ੍ਰਿੰਦ ਗੁਮਾਏ। ਅੱਠ ਪੋਹ ਦੀ ਸ਼ਾਮ ਦਾ ਦਿਹਾੜਾ ਸਾਰੇ ਪਾਸੇ ਹਨੇਰਾ ਛਾਣ ਵਾਲਾ ਹੈ ਤੇ ਬੜੇ ਭਿਆਨਕ ਗਿੱਦੜ ਆਦਿ ਖਾਲਸਾ ਜੀਓ ਆਪਣੀ ਭਿਆਨਕ ਆਵਾਜ਼ ਵਿੱਚ ਬੋਲ ਰਹੇ ਹਨ। ਸਾਰੇ ਪਾਸੇ ਇਤਨਾ ਭਿਅੰਕਰ ਖਾਲਸਾ ਜੀ ਨਜ਼ਾਰਾ ਹੈ ਕਿ ਲਾਸ਼ਾਂ ਹੀ ਲਾਸ਼ਾਂ ਪਈਆਂ, ਉਹਨਾਂ ਲਾਸ਼ਾਂ ਵਿੱਚ ਗਿੱਦੜ ਆਦਿ ਘੁੰਮ ਰਹੇ ਹਨ। ਪੰਜ ਬੀਰ ਗੁਰ ਤੀਰ ਤਬ ਤਿਨ ਕਵੀ ਨਾਮ ਸੁਨਾਏ। ਮਹਾਕਵੀ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਫਰਮਾਨ ਕਰਦੇ ਕਿ ਪੰਜ ਗੁਰੂ ਕੇ ਪਿਆਰੇ ਤਿਆਰ ਬਰ ਤਿਆਰ ਹੋ ਕੇ ਕਲਗੀਧਰ ਪਾਤਸ਼ਾਹ ਕੋਲ ਆਏ ਤੇ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਬੇਨਤੀ ਕਰਨ ਲੱਗੇ। ਉਹ ਕਿਹੜੇ ਪੰਜ ਹਨ? ਕਵੀ ਜੀ ਕਹਿੰਦੇ ਉਹਨਾਂ ਦੇ ਨਾਮ ਸ਼ਰਵਣ ਕਰੋ ਜੀ। ਸਵਈਆ ਛੰਦ ਦਇਆ ਸਿੰਘ ਅਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰ ਬੀਰ। ਪਹਿਲੇ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ, ਦੂਜੇ ਭਾਈ ਧਰਮ ਸਿੰਘ ਜੀ, ਤੀਜੇ ਭਾਈ ਮਾਨ ਸਿੰਘ ਜੀ, ਇਹ ਮਹਾਨ ਯੋਧੇ ਹਨ। ਸੰਗਤ ਸਿੰਘ ਸੰਤ ਸਿੰਘ ਪੰਚਮ ਤਿਨੋਂ ਬਿਠਾਇਓ ਦੇ ਕਰ ਧੀਰ। ਚੌਥੇ ਹਨ ਭਾਈ ਸੰਗਤ ਸਿੰਘ ਜੀ, ਪੰਜਵੇਂ ਹਨ ਭਾਈ ਸੰਤ ਸਿੰਘ ਜੀ। ਇਹਨਾਂ ਪੰਜਾਂ ਨੂੰ ਮਹਾਰਾਜ ਜੀ ਨੇ ਬੜੇ ਹੌਸਲੇ ਨਾਲ ਆਪਣੀ ਥਾਂ ਤੇ ਬਿਠਾਇਆ ਹੈ। ਗੁਰਤਾ ਅਰਪਨ ਲਗੇ ਖਾਲਸੇ, ਪੰਜ ਸਿੰਘ ਤੈ ਸੋਹੰਗ ਸਰੀਰ। ਬਹੁਤ ਸੋਹਣੇ ਸਰੂਪ ਵਿੱਚ ਇਹ ਪੰਜ ਸਿੰਘ ਤਿਆਰ ਬਰ ਤਿਆਰ ਖਾਲਸਾ ਜੀ, ਪਹਿਲੇ ਸਜੇ ਹੋਏ ਖਾਲਸਾ ਜੀ। ਸਿੰਘ ਉਹੀ ਹੈ ਜਿਹੜਾ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਜਾਵੇ, ਤੇ ਇਹ ਸਵੇਰੇ ਹੀ ਤਿਆਰ ਬਰ ਤਿਆਰ ਹੋਏ ਖਾਲਸਾ ਜੀ। ਪਹਿਲਾਂ ਹੀ ਇਹਨਾਂ ਨੇ ਖਾਲਸਾ ਜੀ ਜੰਗ ਯੁੱਧ ਲਈ ਕਮਰ ਕੱਸੇ ਕੀਤੇ ਹੋਏ ਤੇ ਇਹਨਾਂ ਪੰਜਾਂ ਨੂੰ ਪਾਤਸ਼ਾਹ ਜੀ ਗੁਰਤਾ ਗੱਦੀ ਦੇਣ ਲੱਗੇ ਹਨ। ਇਹ ਪੰਥ ਨੂੰ ਗੁਰਤਾ ਗੱਦੀ ਹੈ ਖਾਲਸਾ ਜੀ। ਗ੍ਰੰਥ ਪੰਥ ਖਾਲਸ ਵਰਤੰਤਾ, ਇਹਨਾਂ ਖਾਲਸੇ ਵਿੱਚ ਖਾਲਸਾ ਜੀ ਗੁਰਬਾਣੀ ਵਰਤਦੀ ਹੈ। ਇਹ ਪੰਜੋਂ ਨਾਮ ਦੇ ਵਿਆਸੀ ਹਨ, ਆਤਮ ਸਰੂਪ ਬ੍ਰਹਮ ਗਿਆਨੀ ਸਰੂਪ ਹਨ, ਤੇ ਇਹਨਾਂ ਪੰਜਾਂ ਕਰਕੇ ਖਾਲਸਾ ਜੀ ਪੰਥ ਚੱਲਦਾ ਹੈ। ਪੰਚੋਂ ਮੈਂ ਨਿਤ ਵਰਤਤ ਮੈਂ, ਹੋ ਪੰਜ ਮਿਲੇ ਸੇ ਪੀਰਨ ਪੀਰ। ਪਾਤਸ਼ਾਹ ਦਾ ਵਚਨ ਵੀ ਪੰਜਾਂ 'ਚ ਅਸੀਂ ਵਰਤਦੇ ਹਾਂ। ਜੇ ਪੰਜ ਮਿਲ ਜਾਣ ਤੇ ਪੰਜ ਵੀ ਵੱਡੇ ਤੋਂ ਵੱਡੇ ਹਨ, ਪੀਰਾਂ ਦੇ ਪੀਰ ਹਨ। ਇਹ ਪੰਜ ਸ਼੍ਰੋਮਣੀ ਹਨ, ਇਹ ਪੰਜ ਇਹ ਮੇਰੇ ਵੀ ਗੁਰੂ ਹਨ। ਗੁਰ ਘਰ ਕੀ ਮਰਿਆਦਾ ਪੰਚੋਂ, ਪੰਚੋ ਪਾਹੁਲ ਪੂਰਬ ਪੀਨ। ਇਹ ਗੁਰੂ ਘਰ ਦੀ ਆਰੰਭ ਤੋਂ ਹੀ ਮਰਿਆਦਾ ਰਹੀ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਖਾਲਸੇ ਸ਼ਹੀਦੀ ਦਾ ਜਾਮ ਪੀਣ ਗਏ, ਪੰਜ ਸਿੱਖ ਨਾਲ ਗਏ। ਇਸੇ ਤਰ੍ਹਾਂ ਜਦੋਂ ਵੀ ਖਾਲਸਾ ਜੀ ਪੰਜਵੇਂ ਨਾਵੇਂ ਪਜਾਮੇ 'ਚ ਮਹਾਰਾਜ ਸ਼ਹੀਦੀ ਦਾ ਜਾਮ ਪੀਣ ਗਏ ਤੇ ਪੰਜ ਸਿੱਖ ਨਾਲ ਗਏ। ਤੇ ਇਹਨਾਂ ਪੰਜਾਂ ਨੇ ਹੀ ਜਦੋਂ ਖਾਲਸਾ ਜੀ ਕਲਗੀਧਰ ਪਾਤਸ਼ਾਹ ਨੇ ਇਸ ਪੰਜ ਸੀਸਾਂ ਦੀ ਮੰਗ ਕੀਤੀ ਵਾਰੋ ਵਾਰੀ, ਤੇ ਪਹਿਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਇਹ ਪੰਜ ਹਨ। ਇਹਨਾਂ ਪੰਜਾਂ ਨੇ ਹੀ ਸਭ ਤੋਂ ਪਹਿਲਾਂ ਖੰਡੇ ਬਾਟੇ ਦੀ ਦਾਤ ਪ੍ਰਾਪਤ ਕੀਤੀ। ਇਹਨਾਂ ਨੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਇਹ ਤਿਆਰ ਬਰ ਤਿਆਰ ਹੋਏ ਸਨ। ਹੋਏ ਤਨ ਖਾਇਆ ਬਖਸ਼ੇ ਪੰਚੋ, ਪਾਹੁਲ ਦੇ ਮਿਲ ਪੰਜ ਪ੍ਰਬੀਨ। ਜੇ ਕੋਈ ਤਨਖਾਹੀਆ ਸਿੰਘ ਹੋਵੇ ਕਿ ਉਹਨੂੰ ਕੋਈ ਤਨਖਾਹ ਲਗਾਣੀ ਹੋਵੇ, ਦੁਬਾਰਾ ਕੋਈ ਅੰਮ੍ਰਿਤ ਦੀ ਦਾਤ ਲੈਣੀ ਜਿਸ ਨੇ, ਤੇ ਪੰਜ ਹੀ ਉਹਨੂੰ ਬਖਸ਼ਦੇ ਹਨ। ਉਹ ਪੰਜ ਹੀ ਤਨਖਾਹ ਲਾ ਕੇ ਦੁਬਾਰਾ ਅੰਮ੍ਰਿਤ ਦੀ ਦਾਤ ਚੁਕਾਉਂਦੇ ਹਨ। ਇਸ ਕਰਕੇ ਪੰਜ ਇਹ ਸ਼੍ਰੋਮਣੀ ਹਨ। ਲਖੋ ਪੰਚ ਕੀ ਵੱਡ ਵਡਿਆਈ, ਪੰਜ ਕਰੇ ਸੋ ਨਿਫਲ ਨ ਚੀਨ। ਐ ਖਾਲਸਾ ਜੀਓ, ਇਹ ਪੰਜਾਂ ਦੀ ਬਹੁਤ ਵੱਡੀ ਵਡਿਆਈ ਹੈ।
ਜੋ ਪੰਜ ਕਰ ਦੇਣ ਉਹ ਖਾਲੀ ਨਹੀਂ ਜਾਂਦਾ। ਜੋ ਪੰਜਾਂ ਦੇ ਹੁਕਮ ਹੋ ਜਾਵੇ ਉਹ ਅਟਲ ਹੁਕਮ ਹੈ, ਕਿਉਂਕਿ ਪੰਜਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਰਤਦਾ ਹੈ। ਭੋਜਨ ਛਾਦਨ ਪੰਚਨ ਅਰਪੈ, ਅਰਜ਼ ਕਰੇ ਤਿਨ ਬਾਛਤ ਲੀਨ। ਜਿਸ ਨੇ ਕੋਈ ਰੱਬ ਤੋਂ ਦਾਤ ਮੰਗਣੀ ਹੋਵੇ, ਅਕਾਲ ਪੁਰਖ ਤੋਂ ਬਖਸ਼ਿਸ਼ ਲੈਣੀ ਹੋਵੇ ਨਾ, ਉਹ ਪੰਜਾਂ ਨੂੰ ਲੰਗਰ ਪਾਣੀ ਛਕਾਵੇ, ਬਸਤਰ ਆਦਿਕ ਦੀ ਸੇਵਾ ਕਰੇ, ਯਥਾ ਸ਼ਕਤ ਆਪਣੀ ਸਮਰੱਥਾ ਅਨੁਸਾਰ ਸੇਵਾ ਕਰੇਗਾ ਤੇ ਅਰਦਾਸ ਬੇਨਤੀ ਕਰਾਵੇ। ਖਾਲਸਾ ਪੰਥ ਜੀ, ਮਹਾਂਪੁਰਸ਼ੋ, ਕਾਲ ਪੁਰਖ ਦੇ ਪਿਆਰਿਓ, ਰੱਬ ਤੋਂ ਇਹ ਦਾਤ ਲੈਣੀ ਹੈ। ਆਪ ਜੀ ਅਰਦਾਸਾ ਕਰੋ ਕਿ ਪ੍ਰਮਾਤਮਾ ਸਾਡੀ ਝੋਲੀ 'ਚ ਇਹ ਦਾਤ ਪਾ ਦੇਵੇ। ਤੁਹਾਡੇ ਪੰਜਾਂ ਦੇ ਮੁਖਾਰ ਬਿੰਦ ਤੋਂ ਜਿਹੜੇ ਬਚਨ ਹੋਣਗੇ ਟਲ ਹੋਣਗੇ। ਜਿਤਨੀ ਸ਼ਰਧਾ ਉਤਨਾ ਕਾਰਜ ਛੇਤੀ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੱਧਾ ਜੱਟੀ ਨਹੀਂ, ਕਿਸੇ ਦੇ ਕਹੇ ਅਨੁਸਾਰ ਨਹੀਂ, ਗੁਰੂ ਪਾਤਸ਼ਾਹ ਦੀ ਬਾਣੀ ਅਨੁਸਾਰ, ਸ਼ਰਧਾ ਅਨੁਸਾਰ। ਪੰਚਾ ਕਾ ਗੁਰ ਏਕ ਧਿਆਨ। ਪੰਚ ਇਹ ਗੁਰੂ ਦੇ ਧਿਆਨ ਵਿੱਚ ਜੁੜੇ ਹੁੰਦੇ ਹਨ। ਇਹ ਗੁਰੂ ਦਾ ਰੂਪ ਹਨ ਖਾਲਸਾ ਜੀਓ। ਇਸ ਕਰਕੇ ਜਿਤਨੀ ਸ਼ਰਧਾ ਭਾਵਨਾ ਸਹਿਤ ਜੋ ਇਹਨਾਂ ਪੰਜਾਂ ਦੀ ਸੇਵਾ ਕਰੇਗਾ ਤੇ ਉਤਨੀ ਹੀ ਉਹਨੂੰ ਦਾਤ ਛੇਤੀ ਮਿਲਦੀ ਹੈ, ਉਹਦੀ ਝੋਲੀ ਭਰਦੀ ਹੈ। ਇਮ ਪਾਚਨ ਕੀ ਮਹਿਮਾ ਕਹਿ ਕੇ, ਤੀਨ ਪ੍ਰਕਰਮਾ ਫਿਰ ਕਰ ਦੀਨ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਦੀ ਮਹਿਮਾ ਬਹੁਤ ਆਪਣੇ ਮੁਖਾਰ ਬਿੰਦ ਤੋਂ ਬਿਆਨ ਕੀਤੀ। ਖਾਲਸਾ ਜੀਓ, ਇਹ ਪੰਜ ਸਾਡੇ ਸ਼੍ਰੋਮਣੀ ਹਨ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਜ ਸ਼੍ਰੋਮਣੀ ਹਨ। ਇਹ ਪੰਥ ਦਾ ਰੂਪ ਹਨ, ਕਿਉਂਕਿ ਪਾਤਸ਼ਾਹ ਕਲਗੀਧਰ ਪਿਤਾ ਜੀ ਨੇ ਕਹਿ ਲੋ ਪੰਜਾਂ ਪਿਆਰਿਆਂ ਨੂੰ ਖਾਲਸੇ ਦੇ ਕਹਿ ਲੋ ਸਾਨੂੰ ਗੁਰੂ ਬਣਾਇਆ ਹੈ। ਸਾਡੇ ਗੁਰੂ ਸਰੀਰਕ ਰੂਪ ਵਿੱਚ ਕੌਣ ਹਨ? ਪੰਜ ਪਿਆਰੇ ਸਹਿਬਾਨ। ਅਸੀਂ ਉਹਨਾਂ ਪੰਜਾਂ ਤੋਂ ਦਾਤ ਲਈ ਦੀ ਖਾਲਸਾ ਜੀਓ। ਇਕੱਲਾ ਸਿੰਘ ਦਾਤ ਨਹੀਂ ਦਿੰਦਾ, ਪੰਜ ਦਿੰਦੇ ਹਨ ਤੇ ਪੰਜਾਂ ਵਿੱਚ ਵਾਹਿਗੁਰੂ ਆਪ ਵਰਤੈ। ਪੰਜ ਵੀ ਗੁਰਬਾਣੀ ਅਨੁਸਾਰ ਗੁਰਮਤਾ ਕਰਕੇ ਸਾਰਜਕਾਰੇ ਕਰਦੇ ਹਨ। ਇਸ ਕਰਕੇ ਬਾਣੀ ਵੀ ਉਹਨਾਂ 'ਚ ਵਰਤਦੀ ਹੈ। ਪਹਿਲਾ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਿੱਚ ਇਹ ਖਾਲਸਾ ਜੀ ਗੁਰਿਆਈ ਬਖਸ਼ਿਸ਼ ਕੀਤੀ। ਗੁਰੰਥ ਸਾਹਿਬ ਨੂੰ ਤਾਂ ਮਹਾਰਾਜ ਜੀ ਨੇ ਪਹਿਲੇ ਜਾਮੇ 'ਚ ਆਖਿਆ ਵੀ ਸ਼ਬਦ ਗੁਰੂ ਸੁਰ ਧੁਨ ਚੇਲਾ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਗੁਰੂ ਰਾਮਦਾਸ ਮਹਾਰਾਜ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਹੀ ਗੁਰੂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਪੋਥੀ ਪਰਮੇਸ਼ਰ ਕਾ ਥਾਮ, ਕਿ ਪਾਤਸ਼ਾਹ ਨੇ ਇਹ ਬਾਣੀ ਨੂੰ ਹੀ ਖਾਲਸਾ ਜੀ ਪਰਮੇਸ਼ਰ ਆਖਿਆ ਹੈ। ਇਸ ਕਰਕੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਤੋਂ ਹੀ ਸ਼ਬਦ ਗੁਰੂ ਹਨ। ਪਰ ਅੱਜ ਮਹਾਰਾਜ ਇਹਨਾਂ ਪੰਜਾਂ ਨੂੰ ਖਾਲਸੇ ਦਾ ਗੁਰੂ ਬਣਾ ਰਹੇ ਹਨ ਕਿ ਸਾਰੀ ਸੰਗਤ ਦੇ ਗੁਰੂ ਇੱਕ ਦੇਹਧਾਰੀ ਰੂਪ ਵਿੱਚ ਪੰਜ ਹਨ। ਕੋਈ ਇਕੱਲਾ ਆਪਣੇ ਆਪ ਨੂੰ ਸਾਧੂ ਨਾ ਆਖੇ ਕਿ ਮੈਂ ਹੀ ਗੁਰੂ ਹਾਂ, ਨਾ ਖਾਲਸਾ ਜੀਓ। ਪੰਜ ਵੀ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ, ਉਹਨਾਂ ਦੀ ਬਾਣੀ ਅਨੁਸਾਰ, ਉਹਨਾਂ ਦੇ ਸਿਧਾਂਤ ਅਨੁਸਾਰ ਜੋ ਗੁਰਮਤਾ ਕਰਦੇ ਉਹ ਪ੍ਰਵਾਨ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜੀ ਪੰਜ ਜੋ ਵੀ ਕਰ ਦੇਣ ਉਹ ਧਨ ਹਨ। ਤੇ ਮਹਾਰਾਜ ਜੀ ਨੇ ਇਹਨਾਂ ਪੰਜਾਂ ਦੀ ਬਹੁਤ ਵਡਿਆਈ ਕੀਤੀ ਹੈ। ਇਮ ਪਾਚਨ ਕੀ ਮਹਿਮਾ ਕਹਿ ਕੇ, ਤੀਨ ਪ੍ਰਕਰਮਾ ਫਿਰ ਕਰ ਦੀਨ। ਇਹਨਾਂ ਪੰਜਾਂ ਦੀ ਮਹਾਰਾਜ ਜੀ ਨੇ ਬਹੁਤ ਮਹਿਮਾ ਕੀਤੀ ਤੇ ਮਹਿਮਾ ਕਹਿ ਕੇ ਮਹਾਰਾਜ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ ਪੰਜਾਂ ਦੀਆਂ। ਅਰਪੇ ਸ਼ਸਤਰ ਜਿਗਾ ਅਰ ਕਲਗੀ, ਨਿਜ ਕਰਤੇ ਸਿਰ ਬੰਧਨ ਕੀਨ। ਉਸ ਵੇਲੇ ਮਹਾਰਾਜ ਆਪਣਾ ਸਭ ਕੁਝ ਆਪਣੇ ਖਾਲਸੇ ਨੂੰ ਦੇਣ ਲੱਗੇ। ਆਪਣੇ ਸ਼ਸਤਰ, ਆਪਣੀ ਜਿਗਾ, ਆਪਣੀ ਕਲਗੀ, ਭਾਵ ਆਪਣਾ ਸਰਬੰਸ ਮਹਾਰਾਜ ਇਹਨਾਂ ਪੰਜਾਂ ਨੂੰ ਦੇਣ ਲੱਗੇ ਹਨ। ਬਈ ਕਿ ਮਹਾਰਾਜ ਕਹਿੰਦੇ ਮੇਰੇ ਕੋਲ ਜੋ ਹੁਣ ਹੈ ਉਹ ਤੁਹਾਡਾ ਹੈ।
ਐ ਰੱਬ ਦੇ ਪਿਆਰਿਓ, ਇਹ ਮੇਰਾ ਸੀਸ ਵੀ ਤੁਹਾਡਾ ਹੈ। ਪਾਤਸ਼ਾਹ ਦਾ ਇਹੀ ਬਚਨ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਕਰੀਬ ਕਰੋੜ ਪਰੇ। ਇਹ ਪੰਥ ਹੈ, ਇਹ ਸਿੰਘ ਜੁਝਾਰੂ ਹਨ, ਇਹ ਯੋਧੇ ਹਨ, ਇਹ ਪੰਚ ਹਨ, ਇਹੀ ਖਾਲਸਾ ਪੰਥ ਹੈ। ਇਹਨਾਂ ਦੀ ਕਿਰਪਾ ਕੇ ਸਾਨੂੰ ਇਹ ਦਾਤ ਮਿਲੀ ਹੈ, ਅਸੀਂ ਸਜੇ ਹਾਂ ਇਹਨਾਂ ਦੀ ਕਿਰਪਾ ਨਾਲ, ਨਹੀਂ ਤਾਂ ਸਾਡੇ ਵਰਗੇ ਤੇ ਕਰੋੜੇ ਹੀ ਫਿਰਦੇ ਹਨ। ਇਹ ਮਹਾਰਾਜ ਦੀ ਨਿਮਰਤਾ ਹੈ ਖਾਲਸਾ ਜੀਓ। ਇਹਨਾਂ ਪੰਜਾਂ ਨੂੰ ਪਾਤਸ਼ਾਹ ਇਤਨੀ ਦਾਤ ਦੇ ਰਹੇ ਹਨ। ਸ਼ਸਤਰ ਗਾਤਰੇ ਤਬ ਪੈਰਾਏ, ਕਟ ਕਸਾਏ ਕਰ ਬਿਲਮ ਬਹੀਨ। ਤੇ ਮਹਾਰਾਜ ਜੀ ਨੇ ਦੇਰੀ ਤੋਂ ਬਿਨਾ ਇਹਨਾਂ ਪੰਜਾਂ ਨੂੰ ਖਾਲਸਾ ਸ਼ਸਤਰ ਬਣਾ ਕੇ ਕਮਰ ਕੱਸਾ ਦੁਬਾਰਾ ਕਰਾਵੇ, ਤਿਆਰ ਬਰ ਤਿਆਰ ਹੋ ਕੇ ਪਾਤਸ਼ਾਹ ਨੇ ਇਹਨਾਂ ਨੂੰ ਆਪਣਾ ਸਰੂਪ ਬਣਾਇਆ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਵਾਹਿਗੁਰੂ ਜੀ ਕੀ ਚੀਨ। ਇਹਨਾਂ ਪੰਜਾਂ ਦੇ ਸਾਹਮਣੇ ਮਹਾਰਾਜ ਖੜੇ ਹੋ ਕੇ ਹੱਥ ਜੋੜ ਕੇ ਫਤਿਹ ਗਜਾਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪਾਤਸ਼ਾਹ ਨੇ ਗੱਜ ਵੱਜ ਕੇ ਫਤਿਹ ਗਜਾਈ ਖਾਲਸਾ ਜੀਓ, ਫਿਰ ਅੱਗੋਂ ਸਿੰਘ ਵੀ ਕਹਿਣ ਲੱਗੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਫਤਿਹ ਗਜਾਈ ਹੈ। ਪੰਚੋਂ ਸਿੰਘਨ ਹਾਥ ਜੋਰ ਕਹੇ, ਰਾਵਰ ਚਰਨਨ ਅਰਪੇ ਸੀਸ। ਇਹਨਾਂ ਪੰਜਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਤਾਂ ਤੁਹਾਡੇ ਚਰਨਾਂ ਵਿੱਚ ਮਹਾਰਾਜ ਆਪਣੇ ਸੀਸ ਅਰਪਣ ਕੀਤੇ ਹਨ। ਹਮ ਜੈਸੇ ਤੁਮ ਕਹੋ ਜਨ ਲਾਖੋਂ, ਹਮਕੋ ਤੁਮ ਏਕੈ ਜਗਦੀਸ਼। ਮਹਾਰਾਜ ਸਾਨੂੰ ਮੱਥਾ ਨਾ ਟੇਕੋ, ਸਾਡੇ ਵਰਗੇ ਤੁਹਾਡੇ ਸਾਹਮਣੇ ਲੱਖਾਂ ਹਨ ਮਹਾਰਾਜ। ਪਾਤਸ਼ਾਹ ਅਸੀਂ ਤਾਂ ਰੁਲਦੇ ਫਿਰਦੇ ਹਾਂ, ਸਾਡੀ ਕੋਈ ਗੱਲਬਾਤ ਪੁੱਛਣ ਵਾਲਾ ਵੀ ਨਹੀਂ, ਪਰ ਤੁਸੀਂ ਸਾਡੇ ਸਾਰਿਆਂ ਲਈ ਇੱਕੋ ਪਰਮਾਤਮਾ ਰੂਪ ਹੋ, ਕਲਗੀਧਰ ਪਿਤਾ ਹੋ। ਪਾਤਸ਼ਾਹ ਤੁਹਾਡਾ ਇਹ ਸਰੂਪ ਮਹਾਰਾਜ ਸਾਨੂੰ ਮੁੜ ਕੇ ਨਹੀਂ ਮਿਲਣਾ। ਪਾਤਸ਼ਾਹ ਪਿਤਾ ਵਾਂਗ ਪਿਆਰ ਸਾਨੂੰ ਦਿੰਦੇ ਹੋ ਮਹਾਰਾਜ, ਇਹ ਮੁੜ ਕੇ ਨਹੀਂ ਮਿਲਣਾ। ਮਾਂ ਵਾਂਗ ਲੋੜੀਆਂ ਦੇਣ ਵਾਲੇ ਤੁਸੀਂ ਹੋ ਪਾਤਸ਼ਾਹ। ਤੁਹਾਡੇ ਵਰਗੇ ਜਗਦੀਸ਼ ਪ੍ਰਮਾਤਮਾ ਮਹਾਰਾਜ ਇੱਕੋ ਹੀ ਤੁਸੀਂ ਹੋ, ਹੋਰ ਕੋਈ ਵੀ ਨਹੀਂ ਹੈ। ਬ੍ਰਿੰਦ ਕਿਰਪਾਲ ਕਿਰਪਾ ਕਰ ਤਾਰੇ, ਰਾਮਚੰਦ ਜਿਮ ਕਾਨਨ ਕੀਸ। ਤੁਸੀਂ ਮਹਾਰਾਜ ਬਹੁਤਿਆਂ ਦਾ ਬੇੜਾ ਪਾਰ ਕੀਤਾ। ਹਰ ਮਹਾਰਾਜ ਯੁੱਗ ਵਿੱਚ ਪਾਤਸ਼ਾਹ ਆਪ ਜੀ ਬੇੜਾ ਪਾਰ ਕਰਦੇ ਆਏ। ਜਿਵੇਂ ਤ੍ਰੇਤੇ ਵਿੱਚ ਰਾਮਚੰਦਰ ਜੀ ਨੇ ਅਨੇਕਾਂ ਵਾਨਰਾਂ ਦੀ ਸੈਨਾ ਦਾ ਬੇੜਾ ਪਾਰ ਕੀਤਾ, ਤੇ ਅਸੀਂ ਵੀ ਪਾਤਸ਼ਾਹ ਇਸ ਕਲਯੁਗ ਵਿੱਚ ਤੁਹਾਡੇ ਸਿੱਖ ਬਣ ਕੇ ਆਏ ਹਾਂ। ਤੁਸੀਂ ਕਿਰਪਾ ਕੀਤੀ, ਆਪਣੀ ਸਿੱਖੀ ਦਾ ਸਾਨੂੰ ਦਾਨ ਬਖਸ਼ਿਸ਼ ਕੀਤਾ, ਸਿੰਘ ਸਜਾਇਆ, ਆਪਣਾ ਖਾਲਸਾ ਸਜਾ ਕੇ ਮਹਾਰਾਜ ਸਾਡਾ ਬੇੜਾ ਪਾਰ ਕਰ ਰਹੇ ਹੋ। ਜਿਮ ਤੁਮ ਬੜੇ ਬੜੀ ਵਡਿਆਈ, ਕੌਣ ਸਕੇ ਲੱਖ ਸਭ ਗੁਣ ਧੀਸ਼। ਸਤਿਗੁਰੂ ਜੀ ਜਿਵੇਂ ਤੁਸੀਂ ਵੱਡੇ ਹੋ, ਤੁਹਾਡੀ ਵਡਿਆਈ ਬੜੀ ਵੱਡੀ ਹੈ। ਤੁਹਾਡੇ ਗੁਣ, ਤੁਹਾਡੀ ਵਡਿਆਈ ਦਾ ਅੰਤ ਮਹਾਰਾਜ ਕੌਣ ਪਾ ਲਵੇਗਾ। ਤੁਸੀਂ ਪਰਮੇਸ਼ਰ ਹੋ, ਵਾਹਿਗੁਰੂ ਸਰੂਪ ਹੋ ਮਹਾਰਾਜ, ਤੁਹਾਡਾ ਅੰਤ ਕੋਈ ਵੀ ਨਹੀਂ ਪਾ ਸਕਦਾ। ਏਮ ਸੁਨ ਸ਼੍ਰੀ ਮੁਖ ਤੇ ਫੁਰਮਾਇਓ, ਹਤਨ ਰਿਪਨ ਕੋ ਬਨ ਸਾਵਧਾਨ। ਇਸ ਤਰ੍ਹਾਂ ਜਦੋਂ ਇਹਨਾਂ ਪੰਜਾਂ ਦੇ ਨਿਮਰਤਾ ਭਰੇ ਬਚਨ ਸੁਣੇ ਤੇ ਪਾਤਸ਼ਾਹ ਜੀ ਕਹਿਣ ਲੱਗੇ, ਖਾਲਸਾ ਜੀ ਸਿੰਘੋ ਤਿਆਰ ਬਰ ਤਿਆਰ ਹੋ, ਹੁਣ ਦੁਸ਼ਮਣ ਦਾ ਨਾਸ਼ ਕਰਨਾ ਹੈ। ਦੁਸ਼ਮਣ ਦਾ ਨਾਸ਼ ਕਰਨ ਲਈ ਆਪਣੇ ਸ਼ਸਤਰ ਉਠਾ ਲੋ। ਤਰਕਸ਼ ਪਰੇ ਪਰੇ ਜੋ ਹੀਰੋ, ਆਨੇ ਖੱਚਰ ਪਰ ਗਨ ਬਾਨ। ਮਹਾਰਾਜ ਦਾ ਇਸ਼ਾਰਾ ਦੋਵਾਂ ਵੱਲ ਵਿਸ਼ੇਸ਼ ਸੀ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ। ਇਹਨਾਂ ਦੋਵਾਂ ਵੱਲ ਬਾਦਸ਼ਾਹ ਇਸ਼ਾਰਾ ਕਰਦੇ ਵੀ ਸਿੰਘੋ, ਇਹ ਜਿਹੜੇ ਖੱਚਰ ਭਰੇ ਹੋਏ ਸਨ ਅਸੀਂ ਲੈ ਕੇ ਆਏ ਤੀਰਾਂ ਦੇ, ਤੁਹਾਡੇ ਸਾਹਮਣੇ ਭਰੇ ਹੋਏ ਹਨ। ਇਹ ਤੀਰਾਂ ਦੇ ਪੱਥੇ ਭਰੇ ਹੋਏ ਹਨ, ਤੁਸੀਂ ਤੀਰਾਂ ਦੇ ਪੱਥੇ ਵਿੱਚੋਂ ਤੀਰ ਕੱਢ ਕੱਢ ਕੇ ਚਲਾਓ। ਵਰਖਾ ਕਰੋ
ਚਾਰ ਹੂੰ ਓਰਨ ਮੋਰਚਾ ਬੰਦੀ ਮੈਂ ਤੁਰਕਾਨ। ਇਹ ਜਿਹੜੇ ਤੁਰਕ ਮੁਗਲ ਮਲੇਸ਼ ਬਿਰਤੀ ਵਾਲੇ ਜਿਹੜੇ ਮੋਰਚਿਆਂ 'ਚ ਲੁਕ ਲੁਕ ਕੇ ਬੈਠੇ ਹਨ, ਇਹਨਾਂ ਉੱਤੇ ਖਿੱਚ ਖਿੱਚ ਕੇ ਤੀਰ ਚਲਾਓ, ਤੀਰਾਂ ਦੀ ਵਰਖਾ ਕਰੋ, ਐਸੀ ਵਰਖਾ ਕਰੋ ਇਹ ਆਪਣੇ ਮੋਰਚਿਆਂ 'ਚੋਂ ਆਪੇ ਹੀ ਬਾਹਰ ਆ ਜਾਣ। ਲੈ ਲੈ ਆਡਨ ਟਿਕੇ ਵੱਡ ਬਰਜੇ ਦੀਖਤ ਜੋ ਕੀ ਜਹਾਨ। ਜਿਹੜੇ ਆਪਣੇ ਅੱਡਿਆਂ 'ਚ ਵੜੇ ਹੋਏ, ਆਪਣੇ ਆਲਿਆਂ 'ਚ ਵੜੇ ਹੋਏ, ਆਪਣੇ ਮੋਰਚਿਆਂ 'ਚ ਵੜੇ ਹੋਏ, ਬਾਹਰ ਲਿਆਓ ਇਹਨਾਂ ਨੂੰ, ਜਿਹੜੇ ਦਿਖਣ ਦੂਰੋਂ ਤੋਂ ਨਜ਼ਰ ਆ ਜਾਣ ਤੇ ਉਹਨਾਂ ਵੱਲ ਖਿੱਚ ਖਿੱਚ ਕੇ ਤੀਰ ਚਲਾਓ। ਅਰੇ ਰਾਹੋ ਗੱਡ ਮੈਂ ਤੁਮ ਦੋਨੋਂ ਹਮ ਨਿਕਸੇ ਸਭ ਕੇ ਬਚਮਾਨ। ਐ ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ, ਤੁਸੀਂ ਦੋਵੇਂ ਇੱਥੇ ਅੜੇ ਰਹਿਣਾ ਚਮਕੌਰ ਦੀ ਗੜੀ ਵਿੱਚ, ਇਹ ਤੁਹਾਡਾ ਟਿਕਾਣਾ ਹੈ। ਅਸੀਂ ਤਿੰਨ ਇੱਥੋਂ ਜਿਹੜੇ ਪੰਜ, ਤੁਹਾਡੇ ਚੋਂ ਪੰਜ ਹਨ ਤੇ ਤਿੰਨ ਸਾਡੇ ਨਾਲ ਜਾਣਗੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ। ਤੇ ਅਸੀਂ ਖਾਲਸੇ ਬੰਦ ਦਾ ਹੁਕਮ ਮੰਨ ਕੇ ਜਾ ਰਹੇ ਹਾਂ। ਜਾਣ ਨੂੰ ਮਨ ਨਹੀਂ ਕਰਦਾ ਪਰ ਜਾਣਾ ਪੈ ਰਿਹਾ ਹੈ। ਤੁਹਾਡੇ ਖਾਲਸੇ ਬੰਦ ਦਾ ਹੁਕਮ ਹੈ ਕਿ ਮਹਾਰਾਜ ਕਲਗੀਧਰ ਪਿਤਾ ਜੀ ਗੜੀ ਛੱਡ ਕੇ ਚਲੇ ਜਾਓ, ਸਾਨੂੰ ਤਾਂ ਜਾਣਾ ਪੈ ਰਿਹਾ ਹੈ। ਤੀਨੋਂ ਸਿੰਘ ਸੰਗ ਰਹਿ ਹਮਰੇ ਦਇਆ ਸਿੰਘ ਇੱਕ ਬੁੱਧੀਮਾਨ। ਇਹ ਤਿੰਨੋਂ ਸਿੰਘ ਸਾਡੇ ਨਾਲ ਰਹਿਣਗੇ। ਇਹਨਾਂ ਵਿੱਚੋਂ ਪਹਿਲੇ ਭਾਈ ਦਇਆ ਸਿੰਘ ਜੀ ਬਹੁਤ ਬੁੱਧੀਵਾਨ, ਸਿਆਣੇ ਤਤਵੇਤੇ ਮਹਾਂਪੁਰਸ਼ ਹਨ। ਇਨ ਕਰਨੇ ਹੈ ਕਾਰਜ ਕੇਤਕ ਦੇਸ਼ ਵਿਦੇਸ਼ਨ ਮੈਂ ਚੱਲ ਜਾਣ। ਇਹਨਾਂ ਨੇ ਅਜੇ ਬਹੁਤ ਕਾਰਜ ਕਰਨੇ ਹਨ, ਦੇਸ਼ਾਂ ਵਿਦੇਸ਼ਾਂ ਵੱਲ ਜਾਣਾ ਹੈ, ਦੱਖਣ ਵੱਲ ਜਾ ਕੇ ਇਹੀ ਜਾ ਕੇ ਰੰਗੇ ਦਾ ਨਾਸ਼ ਕਰਨਗੇ। ਨੌ ਰੰਗ ਕੋ ਇੱਕ ਰੰਗ ਰਹੇ ਨੇ ਪਟ ਇਸ ਕੋ ਹਮ ਕਰੇ ਹਾਨ। ਇਹ ਨੋ ਰੰਗ ਜਿਹਦਾ ਕੋਈ ਰੰਗ ਹੈ ਹੀ ਨਹੀਂ, ਔਰੰਗਜ਼ੇਬ ਜਿਹਦਾ ਅਰਥੀ ਹੈ ਤਖਤ ਦੀ ਸੋਭਾ ਵਾਲਾ, ਭਾਵ ਇਹ ਨੁਰੰਗ ਹੈ ਜਿਹਦਾ ਕੋਈ ਵੀ ਰੰਗ ਨਹੀਂ ਰਹਿਣਾ, ਜਿਹਦਾ ਤੇਜ ਪ੍ਰਤਾਪ ਨਹੀਂ ਰਹਿਣਾ। ਇਹ ਭਾਈ ਦਇਆ ਸਿੰਘ ਹੀ, ਭਾਈ ਧਰਮ ਸਿੰਘ ਹੀ, ਐਸੇ ਪੰਜ ਸਿੰਘ ਜਦੋਂ ਜਫਰਨਾਮਾ ਸਾਹਿਬ ਲੈ ਕੇ ਜਾਣਗੇ, ਔਰੰਗੇ ਨੂੰ ਦੇਣਗੇ ਤੇ ਉਸ ਨੂੰ ਪੜ੍ਹ ਕੇ ਹੀ ਔਰੰਗਾ ਮਰ ਜਾਵੇਗਾ। ਜਿਹੜਾ ਪਹਿਲਾ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਹੁਕਮ ਸਤ, ਹੁਕਮ ਸਤ ਪੜ੍ਹਦਿਆਂ ਹੀ ਇਹਦੀ ਮੌਤ ਹੋ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਜਦੋਂ ਪੜ੍ਹੇਗਾ ਇਹਨੇ ਆਪਣੇ ਆਪ ਹੀ ਮਰ ਜਾਣਾ, ਹੁਕਮ ਸਤ ਦੁਨੀਆ ਤੋਂ ਚਲੇ ਜਾਣਾ ਹੈ। ਇਹਨੂੰ ਸਾਹਸ ਹੋਵੇਗਾ ਕਮਾਲੇ ਕਰਾਮਾਤ ਕਾਇਮ ਕਰੇ, ਰਜ਼ਾ ਬਖਸ਼ ਰਾਜ ਗ੍ਰਹਾ ਕੋ ਰਹੀਮ, ਅਮਾ ਬਖਸ਼ ਬਖਸ਼ਿੰਦ ਓ ਦਸਤਗੀਰ, ਰਜ਼ਾ ਬਖਸ਼ ਰੋਜੀ ਦੇਹੋ ਦਿਲ ਪਜ਼ੀਰ, शहनशाह खूबी देहो रह नमो, के बेगुन बेचून चूबे नमो, ना साजो ना बाजो ना फौजो ना फर्श, खुदाबंद बख्शिंद ए ऐश अरशा। ਜਦੋਂ ਐਸੇ ਅਕਾਲ ਪੁਰਖ ਦੀ ਵਡਿਆਈ ਸੁਣੇਗਾ, ਆਪਣੀਆਂ ਲਾਂਤਾਂ ਬਾਰੇ ਸੁਣੇਗਾ, ਮਰਾ ਐਤਬਾਰੇ ਬਰੀ ਕਸਮਨੇ के इज्जत गवा अस्त यजदा यकेस, नकतरा मरा ऐतबारे बरोस, के बख्शी व दीवा हमें किज़ब गोस। जो औरंगजेब सुनेगा अपने आप ही जमीर करके मरिया होया है, ते इस करके दी मौत होनी है। जिदा कोई तेज प्रताप नहीं रहना, ये औरंगजेब है। मान सिंह बड़ वीर धर्म सिंह, इम कै कर और आनंद तार। ਤੇ ਇਹ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਮਹਾਨ ਯੋਧੇ ਹਨ। ਇਸ ਤਰ੍ਹਾਂ ਕਹਿ ਕੇ ਪਾਤਸ਼ਾਹ ਜੀ ਆਪ ਮਹਾਰਾਜ ਤਿਆਰ ਬਰ ਤਿਆਰ ਹਨ। ਦੂਰ ਦੂਰ ਲਗ ਜੰਗ ਪਰੇ, ਮ੍ਰਿਤਿਉ ਹੋਏ ਪੁਕਾਰ ਹਜ਼ਾਰ। ਜਦੋਂ ਮਹਾਰਾਜ ਦੂਰ ਦੂਰ ਤੱਕ ਉੱਤੋਂ ਗੜੀ ਤੋਂ ਦੇਖਦੇ ਹਨ, ਖਾਲਸਾ ਜੀਓ ਸਾਰੇ ਪਾਸੇ ਫੌਜ ਹੀ ਫੌਜ ਹੈ, ਤੇ ਉਸ ਵਿੱਚ ਅਨੇਕਾਂ ਹੀ ਯੋਧੇ ਮਰੇ ਪਏ ਹਨ। ਗੁਰੂ ਕੇ ਸਿੰਘ ਸ਼ਹੀਦੀ ਦਾ ਜਾਮ ਪੀ ਕੇ ਉੱਥੇ ਸ਼ਹੀਦ ਹੋਏ ਹਨ।
ਤੇ ਮਹਾਰਾਜ ਜੀ ਉਹ ਸਾਰਾ ਦ੍ਰਿਸ਼ ਵੇਖ ਰਹੇ ਹਨ। ਕਈ ਹਜ਼ਾਰਨ ਕਈ ਤਲਾਵੇ ਫਿਰੇ ਚੁਗਿਰਦੇ ਧੌਂਸ ਤੁੰਕਾਰ। ਤੇ ਗੜੀ ਦੇ ਆਲੇ ਦੁਆਲੇ ਕਈ ਹਜ਼ਾਰ ਪਹਿਰੇਦਾਰ ਪਹਿਰਾ ਦੇ ਰਹੇ ਹਨ। ਆਪਣੇ ਖਾਲਸਾ ਸ਼ਸਤਰ ਲੈ ਕੇ ਘੁੰਮ ਰਹੇ ਹਨ ਇੱਧਰ ਉੱਧਰ। ਕਈ ਨਗਾਰਿਆਂ ਤੇ ਬੈਠੇ ਹਨ। ਕਈ ਹਜ਼ਾਰ ਹੇਲ ਕੋ ਉਮੜੇ ਜਥਾ ਚੰਦ ਉਡਗਨ ਪਰਵਾਰ। ਤੇ ਕਈ ਹਜ਼ਾਰਾਂ ਹੀ ਹਮੇਸ਼ਾ ਹੱਲੇ ਨੂੰ ਤਿਆਰ ਕਰਨ ਲਈ ਤਿਆਰ ਬੈਠੇ ਹਨ। ਭਾਵ ਹੁਣੇ ਹੱਲਾ ਕਰੀਏ, ਹੁਣੇ ਹੱਲਾ ਕਰੀਏ, ਉਹ ਹਜ਼ਾਰਾਂ ਹੀ ਬੈਠੇ ਹਨ। ਜਿਵੇਂ ਚੰਦਰਮਾ ਦੇ ਆਲੇ ਦੁਆਲੇ ਤਾਰੇ ਹੋਣ, ਇਹ ਗੜੀ ਚੰਦਰਮਾ ਵਾਂਗ ਹੈ। ਤੇ ਆਲੇ ਦੁਆਲੇ ਇਹ ਪਹਿਰੇਦਾਰ, ਇਹ ਯੋਧੇ, ਇਹ ਨਗਾਰਚੀ ਤਿਆਰ ਬਰ ਤਿਆਰ ਖੜੇ ਹਨ। ਅੰਧਕਾਰ ਮੈਂ ਉਦਤ ਨਿਸਾ ਕਰ ਖੀਰੀ ਚਾਂਦਨੀ ਚੌਂਦਿਸ਼ ਚਾਰ। ਤੇ ਖਾਲਸਾ ਜੀ ਪਹਿਲਾਂ ਹਨੇਰੀ ਰਾਤ, ਥੋੜੀ ਜਿਹੀ ਰਾਤ ਤੋਂ ਬਾਅਦ ਜਦੋਂ ਸੂਰਜ ਚੰਦਰਮਾ ਚੜਿਆ, ਸ਼ਬੇ ਸ਼ੈ ਬਰਾਮਦ ਹਮੈ ਜਲਵੇ ਜੋਸ਼, ਪੂਰੇ ਜੋਸ਼ ਨਾਲ ਜਦੋਂ ਚੰਦਰਮਾ ਦੇ ਚਾਨਣੀ ਦਾ ਪ੍ਰਕਾਸ਼ ਹੋਇਆ ਤੇ ਕਲਗੀਧਰ ਪਾਤਸ਼ਾਹ ਸਾਰੇ ਪਾਸੇ ਵੇਖ ਰਹੇ ਹਨ। ਕਰਿਓ ਬਿਲੋਕਨ ਜਿਤ ਕਿਤ ਲਸ਼ਕਰ ਫੈਲ ਪਰਿਓ ਜਨ ਪਾਰਾਵਾਰ। ਮਹਾਰਾਜ ਦੇਖਦੇ ਜਿੱਧਰ ਕਿੱਧਰ ਇਹਨਾਂ ਤੁਰਕਾਂ ਦੀ ਫੌਜ ਹੀ ਫੌਜ ਹੈ, ਫੌਜ ਹੀ ਫੌਜ ਹੈ। ਇਸ ਤਰ੍ਹਾਂ ਫੌਜ ਹੈ ਜਿਵੇਂ ਕੋਈ ਸਮੁੰਦਰ ਖਾਲਸਾ ਸਾਰੇ ਪਾਸੇ ਫੈਲਿਆ ਹੋਵੇ ਤੇ ਵਿਚਕਾਰ ਇੱਕ ਛੋਟਾ ਜਿਹਾ ਟਾਪੂ ਹੋਵੇ। ਤੁਖਤ ਪਲੀਤੇ ਬੜਵਾ ਲਾਟਨ ਬਾਜੀ ਨਕਰ ਕੇ ਨੇਜ਼ੇ ਮਾਰ। ਜਿਵੇਂ ਸਮੁੰਦਰ ਵਿੱਚ ਖਾਲਸਾ ਜੀਓ ਬੜਵਾ ਅਗਨੀ ਹੈ, ਜਿਹੜੇ ਪਲੀਤੇ ਧੁਖ ਰਹੇ ਹਨ ਇਹ ਮਾਨੋ ਬੜਵਾ ਅਗਨੀ ਹਨ। ਖਾਲਸਾ ਜੀਓ ਘੋੜੇ ਖਾਲਸਾ ਮਗਰਮੱਛ ਵਾਂਗ ਹਨ, ਇਹ ਸਾਰੇ ਪਾਸੇ ਖੜੇ ਹੋਏ ਹਨ। ਗਿਰ ਮੈਨਾਕ ਦੁਰਗ ਸਮ ਲਖੀਅਤ ਇਮ ਸਤਗੁਰ ਚੋਂ ਔਰ ਨਿਹਾਰ। ਉੱਥੇ ਸੱਪ ਵੀ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਜਿਹੜਾ ਇਹ ਗਿਰ ਖਿਆਲ ਕਹ ਲੋ ਪਹਾੜ, ਜਿਵੇਂ ਸਮੁੰਦਰ 'ਚ ਮੈਨਾਕ ਪਰਬਤ ਹੈ ਖਾਲਸਾ ਜੀਓ, ਇਹ ਗੜੀ ਮੈਨਾਕ ਪਹਾੜ ਵਾਂਗ ਹੈ। ਇਹ ਸਾਰੇ ਪਾਸੇ ਨਜ਼ਾਰਾ ਨਜ਼ਰ ਆ ਰਿਹਾ ਹੈ। ਪੰਚੋਂ ਮੈਂ ਕਲਗੀ ਕਹਿ ਦੀਨਸ ਸੋ ਨਿਰਨੇ ਸੁਨੀਏ ਮਨ ਲਾਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹੁਣ ਮਹਾਕਵੀ ਸੰਤੋਖ ਸਿੰਘ ਜ਼ਿਕਰ ਕਰਦੇ ਵੀ ਖਾਲਸਾ ਜੀਓ, ਸਾਧ ਸੰਗਤ ਜੀਓ, ਇਹਨਾਂ ਪੰਜਾਂ ਵਿੱਚੋਂ ਪਾਤਸ਼ਾਹ ਨੇ ਕਲਗੀ ਕਿਹਨੂੰ ਦਿੱਤੀ? ਅੱਜ ਕੱਲ ਵੀ ਬਹੁਤ ਲੋਕੀ ਝਗੜਾ ਕਰਦੇ ਹਨ। ਪਹਿਲੀ ਗੱਲ ਤਾਂ ਇਹ ਹੈ ਭਾਈ, ਜਿਹੜਾ ਖਾਲਸਾ ਸਾਜੀ ਗਿਆ ਉਹ ਖਾਲਸਾ ਹੀ ਰੂਪ ਹੋ ਗਿਆ। ਭਾਵੇਂ ਕੋਈ ਵੀ ਸਿੰਘ ਹੈ, ਅਕਾਲ ਪੁਰਖ ਪ੍ਰਮਾਤਮਾ ਹੈ। ਤੇ ਉਹਨਾਂ ਪੰਜਾਂ ਨੂੰ ਪਾਤਸ਼ਾਹ ਨੇ ਕਲਗੀ ਕਿਹਨੂੰ ਦਿੱਤੀ, ਕਿਹਨੂੰ ਸਜਾਈ, ਉਹਨਾਂ ਬਾਰੇ ਸੁਣੀਏ ਜੀ। ਸੰਤ ਸਿੰਘ ਖੱਤਰੀ ਸਿੱਖ ਸ਼ੁਭ ਮਤ ਥਾਪਿਓ ਪੰਚੋਂ ਮੈਂ ਵਡਿਆਏ। ਇੱਕ ਮਾਝੇ ਦਾ ਰਹਿਣ ਵਾਲਾ ਪੱਟੀ ਦੇ ਇਲਾਕੇ ਦਾ ਭਾਈ ਸੰਤ ਸਿੰਘ ਜੀ ਹਨ। ਬਹੁਤ ਤਤਵੇਤੇ ਮਹਾਂਪੁਰਸ਼ ਇਹ ਖਾਲਸਾ ਸਜੇ ਹੋਏ ਤੇ ਬਹੁਤ ਸਿਆਣੀ ਬਿਰਤੀ ਵਾਲੇ ਹਨ। ਤਿਸ ਕੋ ਗੁਰਤਾ ਅਰਪਨ ਕੀਨਸ ਪ੍ਰਥਮ ਖਾਲਸੇ ਮੈਂ ਤਿਨ ਪਾਏ। ਇਹ ਖਾਲਸਾ ਸਭ ਤੋਂ ਪਹਿਲੇ ਇਹੀ ਖੜੇ ਸਨ ਅੱਗੇ ਖਾਲਸਾ ਜੀਓ, ਤੇ ਮਹਾਰਾਜ ਨੇ ਆਪਣੀ ਗੁਰਤਾ ਇਹਨਾਂ ਨੂੰ ਅਰਪਣ ਕੀਤੀ। ਆਪਣੀ ਸ਼੍ਰੀ ਸਾਹਿਬ, ਆਪਣੀ ਜਿਗਾ, ਆਪਣੀ ਕਲਗੀ ਪਾਤਸ਼ਾਹ ਨੇ ਇਹਨਾਂ ਨੂੰ ਸਜਾਈ। ਹੈ ਤਾਂ ਪੰਜ ਹੀ ਇਕੱਠੇ ਖੜੇ। ਹੁਣ ਇੱਥੇ ਅੱਗੇ ਜ਼ਿਕਰ ਕਰਨਗੇ ਕਿ ਵਿਤਕਰਾ ਨਹੀਂ, ਕਿ ਪੰਜਾਂ 'ਚ ਪ੍ਰਮਾਤਮਾ ਵਰਤਦਾ ਹੈ। ਕਲਗੀ ਤਾਂ ਕਿਸੇ ਇੱਕ ਨੂੰ ਦੇਣੀ ਸੀ ਭਾਈ, ਕਲਗੀ ਪਾਤਸ਼ਾਹ ਕੋਲ ਇੱਕ ਹੀ ਹੈ, ਪੰਜ ਤਾਂ ਨਹੀਂ ਹੈ। ਇਸ ਕਰਕੇ ਭਾਵੇਂ ਇੱਕ ਨੂੰ ਦੇ ਰਹੇ, ਪੰਜਾਂ ਨੂੰ ਬਰਾਬਰ ਮਿਲੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਖੜੇ ਸਨ ਭਾਈ ਸੰਤ ਸਿੰਘ ਜੀ। ਸ਼ਸਤਰ ਬੰਧਾਏ ਬਿਠਾਏ ਅਟਾਰੀ ਗੁਰੂ ਫਤਿਹ ਬੋਲੇ ਅਰ ਖਾਏ। ਤੇ ਇਹਨਾਂ ਨੂੰ ਅਟਾਰੀ ਦੇ ਵਿੱਚ ਬਿਠਾ ਕੇ ਜਿੱਥੇ ਮਹਾਰਾਜ ਆਪ ਬੈਠੇ ਸਨ ਉੱਥੇ ਬਿਠਾਇਆ ਭਾਈ ਸੰਤ ਸਿੰਘ ਜੀ ਨੂੰ। ਆਪਣੀ ਕਲਗੀ ਸਜਾਈ, ਆਪਣੇ ਸ਼ਸਤਰ ਪਹਿਨਾਏ, ਆਪਣਾ ਲਿਬਾਸ ਦਿੱਤਾ ਪਾਤਸ਼ਾਹ ਨੇ, ਤੇ ਇਹਨਾਂ ਨੂੰ ਉੱਥੇ ਬਿਠਾ ਕੇ ਪਾਤਸ਼ਾਹ ਨੇ ਫਤਿਹ ਗਜਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਪਾਤਸ਼ਾਹ ਨੇ ਇਹਨਾਂ ਨੂੰ ਆਪਣੀ ਪੰਜਾਂ ਨੂੰ ਹੀ ਬਰਾਬਰ ਰੂਪ, ਭਾਵੇਂ ਮੁਖੀ ਇਹ ਬਣੇ ਖਾਲਸਾ ਜੀਓ, ਤੇ ਪਾਤਸ਼ਾਹ ਗੁਰਿਆਈ ਦਿੱਤੀ ਹੈ ਇਹਨਾਂ ਨੂੰ। ਕਿਤਕ ਕਹਿਤ ਸੰਗਤ ਸਿੰਘ ਬੰਗ ਸੀ, ਬੰਗਸ ਦੇਸ਼ ਵਿਖੇ ਤੇ ਆਏ। ਕਈ ਕਹਿੰਦੇ ਜੀ ਭਾਈ ਸੰਗਤ ਸਿੰਘ ਬੰਸੀ ਹੋਏ ਜੋਧੇ, ਉਹਨਾਂ ਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ, ਜਿਹੜੇ ਬੰਗਸ ਤੇ ਬੰਗਾਲ ਦੇ ਇਲਾਕੇ ਤੋਂ ਆਏ ਸਨ। ਤਿਸ ਕੋ ਕਰਿਓ ਸਥਾਪਨ ਤਿਸ ਛਿਨ, ਗੁਰਤਾ ਦਈ ਜਿਗਾ ਪਹਿਰਾਏ। ਤੇ ਉਸ ਵੇਲੇ ਮਹਾਰਾਜ ਜੀ ਨੇ ਭਾਈ ਸੰਗਤ ਸਿੰਘ ਨੂੰ ਗੁਰਤਾ ਗੱਦੀ ਦਿੱਤੀ, ਆਪਣੀ ਜਿਗਾ ਪਹਿਰਾਈ, ਆਪਣੀ ਕਲਗੀ ਦਿੱਤੀ ਹੈ। ਸਤਿਗੁਰ ਕੇ ਸਿੱਖ ਦੋਨੋਂ ਗੁਰਮੁਖ, ਤਿਨ ਮੈਂ ਕੋ ਥਪਿਓ ਬਣਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਵੀ ਜੀ ਕਹਿੰਦੇ ਐਵੇਂ ਵਹਿਮ ਭਰਮ ਨਾ ਕਰਨਾ, ਝਗੜਾ ਨਾ ਕਰਨਾ। ਜਾਤ ਪਾਤ ਦੇ ਨਾਂ ਉੱਤੇ ਅੱਜ ਕੱਲ ਬੜਾ ਕੁਝ ਹੋ ਰਿਹਾ ਹੈ। ਵੱਖਰੀਆਂ ਵੱਖਰੀਆਂ ਸੁਸਾਇਟੀਆਂ ਬਣਾ ਲਈਆਂ ਸੀ, ਬਹੁਤ ਕੁਝ ਬਣਾ ਲਿਆ। ਇਹ ਸਾਰੇ ਹੀ ਖਾਲਸਾ ਰੂਪ ਹਨ, ਪੰਜ ਬਰਾਬਰ ਹਨ ਪਾਤਸ਼ਾਹ। ਇੱਕ ਨੂੰ ਦੇ ਰਹੇ ਭਾਈ, ਪੰਜ ਬਰਾਬਰ ਪਾਤਸ਼ਾਹ ਨੇ ਪੰਜਾਂ ਨੂੰ ਆਖਿਆ। ਦੂਜੀ ਗੱਲ, ਉਹ ਵੀ ਤਾਂ ਸਿੰਘ ਹਨ, ਉਹ ਵੀ ਸਿੰਘ ਹਨ, ਹੈ ਤਾਂ ਖਾਲਸਾ ਹੈ, ਗੁਰੂ ਕੇ ਪਿਆਰੇ ਹਨ, ਤਤ ਵੇਤੇ ਮਹਾਂਪੁਰਸ਼ ਹਨ, ਸ਼ਹੀਦ ਸਿੰਘ ਹਨ ਖਾਲਸਾ ਜੀਓ। ਇਸ ਕਰਕੇ ਵਿਤਕਰਾ ਨਹੀਂ ਕਰਨਾ ਕਿ ਸੰਗਤ ਸਿੰਘ ਨੂੰ ਕਲਗੀ ਬਖਸ਼ਿਸ਼ ਮਹਾਰਾਜ ਜੀ ਨੇ ਜਾਂ ਭਾਈ ਸੰਤ ਸਿੰਘ ਨੂੰ ਬਖਸ਼ੀ, ਕਿਸੇ ਨੂੰ ਬਖਸ਼ੀ ਹੈ ਤਾਂ ਖਾਲਸਾ ਹੀ ਹਨ, ਹੈ ਤਾਂ ਪੰਜ ਪਿਆਰੇ ਹਨ। ਇਹਨਾਂ ਪੰਜਾਂ ਨੂੰ ਮਹਾਰਾਜ ਜੀ ਨੇ ਆਪਣਾ ਸਰੂਪ ਦਿੱਤਾ ਹੈ। ਤਿਸ ਪਰ ਬਾਦ ਨਹੀਂ ਕੁਛ ਬਰਨੋ, ਦੋਨੋਂ ਕੇ ਲਿਓ ਚਰਨ ਮਨਾਏ। ਭਾਈ ਇਸ ਉੱਤੇ ਝਗੜਾ ਨਹੀਂ ਕਰਨਾ ਕਿਸੇ ਨੇ, ਦੋਵਾਂ ਨੂੰ ਯਾਦ ਰੱਖੋ, ਧੰਨ ਭਾਈ ਸੰਗਤ ਸਿੰਘ ਜੀ, ਧੰਨ ਭਾਈ ਸੰਤ ਸਿੰਘ ਜੀ। ਬਸ ਅਸਲ ਤਾਂ ਭਾਈ ਪਾਤਸ਼ਾਹ ਨੇ ਕਿਹਾ ਤਿਆਰ ਬਰ ਤਿਆਰ ਰਹੋ, ਇਹ ਪੰਜਾਂ ਦੇ ਚਰਨਾਂ 'ਚ ਹਮੇਸ਼ਾ ਝੁਕੇ ਰਹੋ। ਜਦੋਂ ਕੋਈ ਪੰਜ ਸਿੰਘ ਤਿਆਰ ਬਰ ਤਿਆਰ ਸੰਗਤ ਰੂਪ ਵਿੱਚ, ਭਾਵੇਂ 10 ਹੋਣ, 20 ਹੋਣ, 50 ਹੋਣ, ਸਾਰੇ ਰੱਬ ਰੂਪ ਹਨ ਖਾਲਸਾ ਜੀ। ਇੱਕ ਸਿੱਖ, ਦੋ ਸਾਧ ਸੰਗ, ਪੰਜੀ ਪਰਮੇਸ਼ਰ ਭਾਈ ਗੁਰਦਾਸ ਜੀ। ਇਕੱਲਾ ਸਿੰਘ ਤਿਆਰ ਬਰ ਤਿਆਰ ਭਾਵੀ, ਜੋ ਦਿਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜਿਉ। ਜੇ ਦੋ ਹੋ ਜਾਣ ਉਹ ਸੰਗਤ ਰੂਪ ਵਿੱਚ ਆ ਜਾਂਦੇ ਹਨ, ਜੇ ਪੰਜ ਹੋ ਜਾਣ ਤੇ ਪਰਮੇਸ਼ਰ ਬਣ ਜਾਂਦਾ ਹੈ ਖਾਲਸਾ ਜੀਓ। ਜੇ ਹਜ਼ਾਰਾਂ ਹੀ ਹੋ ਜਾਣ ਤੇ ਸਾਰਿਆਂ ਤੇ ਮੱਥਾ ਚੱਲਣਾ ਤੇ ਮੱਥਾ ਟੇਕੋ ਭਾਈ। ਸਾਰੇ ਪੂਜਣ ਯੋਗ ਹਨ, ਸਭਨਾਂ ਨੂੰ ਗੱਜ ਵੱਜ ਕੇ ਫਤਿਹ ਗਜਾਓ, ਸਾਰੇ ਪਰਮੇਸ਼ਰ ਰੂਪ ਹਨ। ਸੁਨੋ ਕਥਾ ਆਗੇ ਜਿਮ ਵਰਤੀ, ਚੌ ਦਿਸ਼ ਤੁਨ ਦੁੰਦਪ ਸਮੁਦਾਏ। ਕਵੀ ਜੀ ਕਹਿੰਦੇ ਹੁਣ ਅਗਲੀ ਕਥਾ ਸੁਣੋ। ਜਿਵੇਂ ਚਾਰੋਂ ਪਾਸੇ ਨਗਾਰੇ ਵੱਜ ਰਹੇ ਸਨ, ਚਾਰੋਂ ਪਾਸੇ ਹਮਲੇ ਕਰਨ ਨੂੰ ਫੌਜਾਂ ਤਿਆਰ ਬਰ ਤਿਆਰ ਸਨ। ਕਿਤਕ ਦਿਸ਼ ਚਾਹਤ ਹੇਲ ਘਾਲਬੇ, ਕਿਤ ਦਿਸ਼ ਮੋਰਚੇ ਕੋ ਨਿਕਟਾਏ। ਤੇ ਕਈਆਂ ਦੇ ਮੋਰਚੇ ਨੇੜੇ ਆ ਗਏ, ਕਈਆਂ ਦੇ ਮੋਰਚੇ ਦੂਰ ਹੋ ਗਏ, ਕਈ ਹਮਲਾ ਕਰਨ ਚਾਹੁੰਦੇ ਸਨ। ਕੂਕ ਪੁਕਾਰੇ ਕੇਤਕ ਦੋਰੇ, ਹਲਾਹੂਲ ਤੇ ਰੋਰ ਉਠਾਏ। ਕਈ ਤੜਫ ਰਹੇ ਹਨ, ਕਈ ਕੂਕ ਪੁਕਾਰਾ ਕਰ ਰਹੇ ਹਨ, ਕਈ ਹਮਲੇ ਕਰ ਰਹੇ ਹਨ, ਕਈ ਰੋਲਾ ਪਾ ਰਹੇ ਹਨ। ਡਰਤ ਨਿਕਟ ਕੋ ਪਹੁੰਚ ਨ ਸਕਈ, ਤਕਈ ਤੀਰਤ ਤੇ ਮਰ ਜਾਏ। ਸਭ ਡਰਦੇ ਹਨ, ਕੋਈ ਨੇੜੇ ਨਹੀਂ ਆ ਰਿਹਾ। ਪਤਾ ਕਲਗੀਧਰ ਬਾਦਸ਼ਾਹ ਦਾ ਇੱਕੋ ਤੀਰ ਆਇਆ, ਇੱਕੋ ਤੀਰ ਕਈਆਂ ਨੂੰ ਝਟਕਾ ਕੇ ਪਰੇ ਕਰ ਗਿਆ ਹੈ। ਡਰਦੇ ਹਨ, ਮੋਰਚੇ ਦੂਰ ਕਰ ਲੈ, ਨਾ ਭਾਈ ਨਾ, ਗੜੀ ਦੇ ਨੇੜੇ ਨਹੀਂ ਜਾਣਾ। ਇਹ ਕਲਗੀਧਰ ਮਹਾਂ ਪਾਤਸ਼ਾਹ ਮਹਾਨ ਯੋਧੇ ਹਨ। ਸਾਵਧਾਨ ਬਨ ਦੇਤ ਤਲਾਵਾ, ਦੁੰਦਪ ਆਗੇ ਬਜਤ ਚਲੰਤ। ਤੇ ਨਗਾਰੇ ਵਜਾ ਰਹੇ ਹਨ, ਸਾਵਧਾਨ ਹੋ ਕੇ ਪਹਿਰੇ ਦੇ ਰਹੇ ਹਨ, ਪਰ ਕੋਈ ਨੇੜੇ ਨਹੀਂ ਲੱਗ ਰਿਹਾ। ਛੋਟੇ ਤੁਫੰਗ ਖਤੰਗ ਕਿਲੇ ਦਿਸ਼,
ਪੋਰ ਤੁਰੰਗਮ ਸ਼ਬਦ ਉਠੰਤ। ਤੇ ਇੱਧਰ ਤੀਰ ਛੱਡ ਰਹੇ ਹਨ ਗੜੀ ਵੱਲ, ਕਿਲੇ ਵੱਲ। ਘੋੜਿਆਂ ਦੇ ਪੈਰਾਂ ਦੀ ਆਵਾਜ਼ ਵੀ ਆ ਰਹੀ ਹੈ। ਜਬ ਕੋ 10,000 ਇੱਕ ਸਰਸੋਂ ਮਾਰਿਓ, ਪਰਿਓ ਨ ਅਗਰ ਵਧੰਤ। ਜਿਸ ਵੇਲੇ ਤੋਂ ਪਾਤਸ਼ਾਹ ਨੇ ਇੱਕੋ ਤੀਰ ਚਲਾਇਆ ਜੇ ਤੇ 10,000 ਭਾਵ ਅਣਗਿਣਤੀ ਮਹਾਰਾਜ ਜੀ ਨੇ ਝਟਕਾ ਛੱਡੇ ਖਾਲਸਾ ਇੱਕੋ ਤੀਰ ਨਾਲ। ਜਿਹੜਾ ਜਿਹੜਾ ਉਹਦੀ ਰੇਂਜ ਵਿੱਚ ਆਇਆ ਮਹਾਰਾਜ ਜੀ ਨੇ ਸਾਰਿਆਂ ਨੂੰ ਖਾਲਸਾ ਜੀ ਪਾਰ ਬੁਲਾ ਛੱਡਿਆ। ਉਸ ਵੇਲੇ ਤੋਂ ਕੋਈ ਵੀ ਮਹਾਰਾਜ ਦੇ ਸਾਹਮਣੇ ਨਹੀਂ ਆ ਰਿਹਾ। ਬਹੁਰ ਜਾਮਨੀ ਸਮੇਂ ਬਿਲੋਕਿਓ, ਨਿਜ ਨਿਜ ਥਾਨ ਥਿਰੇ ਡਰ ਪੰਥ। ਤੇ ਫਿਰ ਸਭ ਨੇ ਵੇਖਿਆ ਹੁਣ ਹਨੇਰਾ ਪੈ ਗਿਆ, ਰਾਤ ਪੈ ਗਈ ਹੈ ਤੇ ਸਾਰੇ ਆਪਣੇ ਆਪਣੇ ਮੋਰਚਿਆਂ ਤੇ ਟਿਕ ਗਏ ਹਨ। ਸਾਰੇ ਦਬਕ ਦਬਕ ਕੇ ਆਪਣੀ ਥਾਂ ਤੇ ਬੈਠ ਗਏ ਹਨ। ਕਰੇ ਪ੍ਰਤੀਖਨ ਹੋਏ ਪੁਨ ਸਾਰੇ, ਗੱਡ ਪਰ ਹੇਲਾ ਕਰੇ ਉਦਾਰ। ਉਡੀਕ ਕਰ ਰਹੇ ਹਨ ਇਹ ਤੁਰਕ ਮਲੇਸ਼, ਸਵੇਰ ਹੋਵੇਗੀ ਫਿਰ ਹਮਲਾ ਕਰਾਂਗੇ। ਹੁਣ ਰਾਤ ਨੂੰ ਨਹੀਂ ਹਮਲਾ ਕਰਨਾ, ਜਦੋਂ ਭੌਰ ਹੋਵੇਗੀ, ਸਵੇਰ ਹੋਵੇਗੀ, ਫਿਰ ਗੜੀ ਉੱਤੇ ਹਮਲਾ ਕਰਾਂਗੇ। ਮਾਰੇ ਸਿੰਘ ਕੁਛ ਥੋਰੇ ਅਟਕੇ, ਲੱਖੋਂ ਲੜ ਲਸ਼ਕਰ ਸੰਘਾਰ। ਤੇ ਸਿੰਘ ਤਾਂ ਥੋੜੇ ਸ਼ਹੀਦ ਹੋਏ ਖਾਲਸਾ ਜੀ, ਲਗਭਗ ਅਜੇ ਤੱਕ ਪਾਤਸ਼ਾਹ ਦੇ ਕਹਿ ਲੋ 35-36 ਸ਼ਹੀਦ ਹੋਏ। ਤੇ ਉਧਰ ਲੱਖਾਂ ਹੀ ਫੌਜ ਇਹਨਾਂ ਦੀ ਮਰੀ ਪਈ ਹੈ। ਬੇਨਤੀ ਇਹਨਾਂ ਦੇ ਖਾਲਸਾ ਜੀਓ, ਲੰਬੀਆਂ ਨੀਂਦਾਂ ਸੁੱਤੇ ਪਏ ਹਨ ਤੇ ਗੁਰੂ ਕੇ ਪਿਆਰੇ ਜਿਹੜੇ ਸ਼ਹੀਦੀ ਦਾ ਜਾਮ ਪੀ ਗਏ ਹਨ ਉਹ ਵੀ ਉੱਥੇ ਹੀ ਹਨ ਖਾਲਸਾ ਜੀਓ। ਇਮ ਸਭ ਥਾਪ ਰਹੇ ਥਿਰ ਹੋਏ ਕਰ, ਸ਼ਰਮਤ ਪਏ ਤਨ ਆਲਸ ਧਾਰ। ਇਸ ਤਰ੍ਹਾਂ ਸਾਰੇ ਹੀ ਆਪਣੇ ਆਪਣੇ ਮੋਰਚਿਆਂ ਟਿਕੇ ਹੋਏ ਹਨ। ਬਹੁਤ ਥਕਾਵਟ ਹੈ ਇਹਨਾਂ ਨੂੰ, ਕਈਆਂ ਨੂੰ ਨੀਂਦ ਵੀ ਆ ਰਹੀ ਹੈ। ਗੁਰੂ ਜੰਗ ਕੋ ਕਰੇ ਸਰਾਹਨ, ਬੜੋ ਬਹਾਦਰ ਬਹੁ ਹੁਸ਼ਿਆਰ। ਇਹ ਸਾਰੇ ਹੀ ਤੁਰਕ ਮਲੇਸ਼ ਪਹਾੜੀ ਰਾਜੇ ਗੁਰੂ ਪਾਤਸ਼ਾਹ ਦੇ ਜੋਧ ਦੀ ਵਡਿਆਈ ਕਰ ਰਹੇ ਹਨ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਨ ਯੋਧੇ ਹਨ, ਜਿਨ੍ਹਾਂ ਨੇ ਅੱਜ ਬਹੁਤ ਵੱਡਾ ਘਮਾਸਾਨ ਯੁੱਧ ਕੀਤਾ ਹੈ। ਇਤ ਸਤਗੁਰ ਅਰ ਪੰਚੇ ਸਿੰਘਨ, ਤੀਰ ਤੁਫੰਗਨ ਕਰੇ ਪ੍ਰਹਾਰ। ਅਜੇ ਮਹਾਰਾਜ ਗੜੀ ਵਿੱਚ ਹੀ ਹਨ ਖਾਲਸਾ ਜੀ। ਉੱਚੀ ਟਾਰੀ ਤੇ ਪਾਤਸ਼ਾਹ ਦੇ ਨਾਲ ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਹਨ ਤੇ ਉਥੋਂ ਮਹਾਰਾਜ ਅਜੇ ਤੀਰ ਚਲਾ ਰਹੇ ਹਨ। ਨਿਕਟ ਦਿਖਤ ਕਹਿ ਹਤੇ ਤਲਾਵੇ, ਲਗ ਲਗ ਗਿਰੇ ਤੁਰੰਗ ਸਵਾਰ। ਜਿਹੜੇ ਨੇੜੇ ਨੇੜੇ ਕੋਈ ਪਹਿਰਾ ਦੇ ਰਹੇ ਸਨ, ਜਦੋਂ ਉਹਨਾਂ ਵੱਲ ਗੁਰਸਿੰਘਾਂ ਨੇ ਤੀਰ ਚਲਾਏ ਤੇ ਸਭ ਉੱਥੇ ਡਿੱਗਣ ਲੱਗੇ, ਕਈ ਪਿੱਛੇ ਹੋਣ ਲੱਗੇ। ਤ੍ਰਿਪਤ ਨਾ ਹੋਤ ਜੰਗ ਕੋ ਕਰ ਕਰ, ਰਣ ਪ੍ਰਿਯ ਸ਼ਸਤਰਨ ਗਨ ਦੇ ਹਾਰ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਵੇਂ ਕੋਈ ਭੁੱਖਾ ਬਾਰ-ਬਾਰ ਖਾਈ ਜਾਂਦਾ ਰੱਜਦਾ ਨਹੀਂ, ਜਿਵੇਂ ਕੋਈ ਕਾਮੀ ਬਿਰਤੀ ਵਾਲਾ ਖਾਲਸਾ ਜੀ ਬਾਰ-ਬਾਰ ਕਾਮਨਾ ਬਿਰਤੀ ਚ ਗਲਤਾਨ ਹੈ, ਰੱਜਦਾ ਨਹੀਂ। ਕਲਗੀਧਰ ਪਿਤਾ ਦੇ ਜੋਧੇ ਮਹਾਰਾਜ ਆਪ ਖਿੱਚ ਖਿੱਚ ਕੇ ਤੀਰ ਚਲਾ ਰਹੇ ਹਨ ਪਰ ਰੱਜ ਨਹੀਂ ਰਹੇ। ਜਿਨ੍ਹਾਂ ਨੂੰ ਜੋਧ ਦਾ ਚਾਹਨਾ ਚਾਹ ਹੈ ਖਾਲਸਾ ਜੀ, ਦੇਹ ਸ਼ਿਵਾ ਬਰ ਮੋਹੇ ਇਹ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਚਾਹਨਾ ਹੈ ਕਿ ਇੱਥੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਮਰ ਜਾਈਏ, ਸ਼ਹੀਦੀ ਦਾ ਜਾਮ ਪੀ ਲਈਏ। ਇਹ ਚਾਹਨਾ ਹੈ ਪਾਤਸ਼ਾਹ ਨੂੰ। ਅੱਜ ਮੌਕਾ ਮਿਲਿਆ ਹੈ ਕਿ ਅੱਜ ਹੀ ਸ਼ਹੀਦੀ ਦਾ ਜਾਮ ਪੀਣਾ ਹੈ, ਅੱਜ ਹੀ ਇਹਨਾਂ ਤੁਰਕਾਂ ਨੂੰ ਨਾਸ਼ ਕਰਨਾ ਹੈ। ਇਤਨਾ ਸ਼ੌਕ ਹੈ ਇਹਨਾਂ ਯੋਧਿਆਂ ਵਿੱਚ, ਕਲਗੀਧਰ ਪਾਤਸ਼ਾਹ ਵਿੱਚ। ਆਟਣ ਪਰੇ ਅੰਗੁਸ਼ਟ ਅੰਗੁਰੀ, ਐ ਚਿਤ ਪੰਚ ਓਜ ਕੋ ਧਾਰ। ਜਦੋਂ ਮਹਾਰਾਜ ਤੀਰ ਖਿੱਚ ਖਿੱਚ ਕੇ ਚਲਾਉਂਦੇ ਹਨ ਤੇ ਮਹਾਰਾਜ ਦੀ ਖਾਲਸਾ ਜੀ ਉੱਥੇ ਦਸਤਾਨਾ ਪਾਇਆ ਹੋਏ ਸੀ ਤੇ ਜਿੱਥੋਂ ਮਹਾਰਾਜ ਤੀਰ ਖਿੱਚਦੇ ਸਨ ਉੱਥੇ ਥੋੜੀ ਚੋਟ ਵੀ ਆ ਗਈ ਸੀ ਤੇ ਉਂਗਲੀਆਂ ਵੀ ਪਾਤਸ਼ਾਹ ਦੀ ਥੋੜੀਆਂ ਕਹਿ ਲੋ ਥੱਕ ਗਈਆਂ ਸਨ ਕਿ ਮਹਾਰਾਜ ਦੀ ਉਂਗਲੀਆਂ ਵਿੱਚ ਵੀ ਆਟ ਪੈ ਗਏ ਸਨ। ਤਜੇ ਹਜ਼ਾरों ਸਰਬਰ ਖਾਏ,
ਪੁਨ ਪੰਚੋਂ ਸਿੰਘ ਬਿਨਤੀ ਕੀਨ। ਤੇ ਮਹਾਰਾਜ ਜੀ ਨੇ ਕਈ ਤੀਰ ਹੋਰ ਚਲਾਏ ਖਾਲਸਾ ਜੀ, ਬੜੇ ਤੀਰ ਪਹਿਲਾਂ ਛੱਡੇ ਪਾਤਸ਼ਾਹ ਨੇ। ਜਦੋਂ ਮਹਾਰਾਜ ਅਜੇ ਵੀ ਰੱਜਦੇ ਨਹੀਂ ਵੀ ਹੋਰ ਯੁੱਧ ਕਰੀਏ, ਹੋਰ ਯੁੱਧ ਕਰੀਏ, ਫਿਰ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਹੁਣ ਤਾਂ ਬਸ ਕਰੋ। ਨਿਕਸੋ ਸ਼੍ਰੀ ਪ੍ਰਭ ਸਮੋ ਭਲੋ ਅਬ, ਹਟ ਕੋ ਤਜੋ ਕਰੇ ਰਿਪਹੀਨ। ਐ ਮਹਾਰਾਜ ਜੀ ਹੁਣ ਇਸ ਗੜੀ ਤੋਂ ਚਲੇ ਜਾਓ ਆਪ ਜੀ। ਮਹਾਰਾਜ ਹੱਟ ਛੱਡ ਦੋ, ਦੁਸ਼ਮਣ ਖਤਮ ਹੋ ਗਿਆ ਹੈ। ਤੁਹਾਡੇ ਬਚਨ ਹੀ ਮਹਾਰਾਜ ਐਸੇ ਹਨ, ਇਹ ਪਹਿਲੇ ਹੀ ਮਰੇ ਹੋਏ ਹਨ ਮਹਾਰਾਜ। ਇਹਨਾਂ ਮਰਿਆਂ ਨੂੰ ਕੀ ਮਾਰਨਾ ਸਤਿਗੁਰ ਜੀ, ਜਿਹੜੇ ਆਪਣੀ ਕਸਮਾਂ ਤੋਂ ਮੁਕਰ ਗਏ, ਦਗੇਬਾਜ਼ ਹਨ, ਜਿਹੜੇ ਧਰਮ ਤੋਂ ਹੀਣੇ ਹੋ ਗਏ ਮਰੇ ਹੋਏ ਹਨ ਮਹਾਰਾਜ। ਇਹਨਾਂ ਮਰਿਆਂ ਨੂੰ ਕੀ ਮਾਰਨਾ, ਛੱਡੋ ਮਹਾਰਾਜ, ਆਪਣਾ ਹੱਟ ਛੱਡੋ ਤੇ ਗੜੀ ਚੋਂ ਚਲੇ ਜਾਓ। ਦੇਖੋ ਸਗਰੇ ਸਿੰਘ ਗਏ ਖੱਪ, ਇਕਰਾਵਰ ਕੇ ਪੰਥ ਅਧੀਨ। ਦੇਖੋ ਮਹਾਰਾਜ ਸਾਰੇ ਸਿੰਘ ਸ਼ਹੀਦੀ ਦਾ ਜਾਮ ਪੀ ਗਏ ਹਨ, ਕੇਵਲ ਆਪ ਜੀ ਰਹਿ ਗਏ ਹੋ ਮਹਾਰਾਜ। ਅਸੀਂ ਵੀ ਸ਼ਹੀਦ ਹੋ ਜਾਣਾ ਹੈ ਪਾਤਸ਼ਾਹ, ਕੱਲ ਅਸੀਂ ਵੀ ਨਹੀਂ ਰਹਿਣਾ ਮਹਾਰਾਜ। ਆਪ ਜੀ ਰਹੋਗੇ ਪੰਥ ਫਿਰ ਸੱਜ ਜਾਵੇਗਾ। ਜੇ ਪੰਥ ਦਾ ਵਾਲੀ ਰਹਿ ਗਿਆ ਤੇ ਪੰਥ ਨੇ ਫਿਰ ਸੱਜ ਜਾਣਾ ਹੈ ਪਾਤਸ਼ਾਹ। ਇਸ ਕਰਕੇ ਮਹਾਰਾਜ ਲੱਖਾਂ ਸਿੰਘ ਸ਼ਹੀਦੀ ਦਾ ਜਾਮ ਪਹਿਲਾਂ ਪੀ ਗਏ ਹਨ ਮਹਾਰਾਜ। ਜਰੇ ਜਰੇ ਤੇ ਸਿੰਘ ਸ਼ਹੀਦੀਆਂ ਦਾ ਜਾਮ ਪੀ ਰਹੇ ਹਨ। ਤੁਸੀਂ ਪੰਥ ਦੇ ਵਾਲੀ ਹੋ ਪਾਤਸ਼ਾਹ, ਗੜੀ ਤੋਂ ਚਲੇ ਜਾਓ। ਜਹਾਂ ਥਿਰੋ ਪੁਨ ਰਚੋ ਹਜ਼ਾਰੋਂ, ਥਿਰੇ ਖਾਲਸਾ ਜਗਤ ਪ੍ਰਬੀਨ। ਜਿੱਥੇ ਤੁਸੀਂ ਠਹਿਰੋਗੇ ਟਿਕੋਗੇ, ਉੱਥੇ ਮਹਾਰਾਜ ਆਪ ਜੀ ਦੀ ਬਖਸ਼ਿਸ਼ ਨਾਲ ਹੋਰ ਸਿੰਘ ਹਜ਼ਾਰਾਂ ਹੀ ਸੱਜ ਜਾਣਗੇ ਪਾਤਸ਼ਾਹ। ਤੁਹਾਡੀ ਮਿਹਰ ਭਰੀ ਨਿਗਾਹ ਹੀ ਅੰਮ੍ਰਿਤ ਹੈ, ਤੁਹਾਡੇ ਬਚਨ ਹੀ ਅੰਮ੍ਰਿਤ ਹੈ। ਤੁਹਾਡਾ ਖੰਡਾ ਜਿੱਥੇ ਫਿਰਦਾ ਉੱਥੇ ਅੰਮ੍ਰਿਤ ਆਪੇ ਤਿਆਰ ਹੋ ਜਾਂਦਾ ਹੈ ਮਹਾਰਾਜ। ਪਾਤਸ਼ਾਹ ਜੀ ਤੁਹਾਡੇ ਬਖਸ਼ਿਸ਼ ਨਾਲ ਹਜ਼ਾਰਾਂ ਸਿੰਘ ਹੋਰ ਸੱਜ ਜਾਣਗੇ ਮਹਾਰਾਜ, ਪਰ ਹੁਣ ਤੁਸੀਂ ਚਲੇ ਜਾਓ। ਇਤਿਆਦਿਕ ਬਹੁ ਬਾਰ ਕਹਿਓ ਸਭ, ਹਾਥ ਜੋਰ ਸਿਰ ਰਹੇ ਨਿਵਾਏ। ਇਤਿਆਦਿਕ ਜਦੋਂ ਸਿੰਘਾਂ ਨੇ ਬਾਰ-ਬਾਰ ਕਿਹਾ, ਸਿੰਘ ਹੱਥ ਜੋੜ ਕੇ ਬੇਨਤੀ ਕਰਦੇ ਰਹੇ ਮਹਾਰਾਜ ਗੜੀ ਤੋਂ ਚਲੇ ਜਾਓ। ਪੰਜ ਸਿੰਘ ਅਜੇ ਵੀ ਬੇਨਤੀਆਂ ਕਰ ਰਹੇ ਹਨ। ਮਹਾਰਾਜ ਨੇ ਗੁਰਤਾ ਗੱਦੀ ਬਖਸ਼ ਵੀ ਦਿੱਤੀ, ਤਾਂ ਵੀ ਤਮੰਨਾ ਹੈ ਜੂਝ ਕੇ ਇੱਥੇ ਸ਼ਹੀਦੀ ਦਾ ਜਾਮ ਪੀ ਜਾਈਏ। ਇੱਕੋ ਤਮੰਨਾ ਹੈ ਪਾਤਸ਼ਾਹ ਕਿ ਇਸ ਪੰਥ ਲਈ ਸਭ ਕੁਝ ਨਿਛਾਵਰ ਕਰ ਦਈਏ। ਮਹਾਰਾਜ ਫਿਰ ਵੀ ਅੱਗੇ ਵੱਧ ਕੇ ਪਾਤਸ਼ਾਹ ਯੁੱਧ ਕਰਨਾ ਚਾਹੁੰਦੇ ਆ, ਪਰ ਸਿੰਘ ਬਾਰ-ਬਾਰ ਮਹਾਰਾਜ ਗੜੀ ਛੱਡ ਕੇ ਚਲੇ ਜਾਓ। ਤੁਹਾਨੂੰ ਪਾਤਸ਼ਾਹ ਇਹਨਾਂ ਪੰਜਾਂ ਸਿੰਘਾਂ ਦਾ ਵਾਸਤਾ ਹੈ ਪਾਤਸ਼ਾਹ, ਚਲੇ ਜਾਓ। ਤੇ ਪਾਤਸ਼ਾਹ ਨੂੰ ਦੇਖੋ ਬਾਰ-ਬਾਰ ਗੁਰੂ ਕੇ ਪਿਆਰੇ ਮੱਥਾ ਟੇਕ ਕੇ ਬੇਨਤੀਆਂ ਕਰ ਰਹੇ ਹਨ। ਕਿਰਪਾ ਦ੍ਰਿਸ਼ਟ ਪਿਖ ਬਿਕਸੇ ਸਤਿਗੁਰ, ਰਣ ਮਾਰਨ ਮਰਣੋਂ ਬਨ ਆਏ। ਤੇ ਕਿਰਪਾ ਦ੍ਰਿਸ਼ਟ ਪਾਤਸ਼ਾਹ ਉਹਨਾਂ ਦੇ ਕਰਦੇ ਹੋਏ ਥੋੜੇ ਖਿੜੇ ਮਹਾਰਾਜ। ਤੇ ਪਾਤਸ਼ਾਹ ਕਹਿਣਗੇ ਸਿੰਘੋ ਜੰਗ ਦਾ ਮੈਦਾਨ ਹੈ, ਇੱਥੇ ਮਾਰਨਾ ਹੈ ਜਾਂ ਮਰਨਾ ਹੈ। ਪੰਥ ਹੋਣ ਕੀ ਸੋਚ ਨ ਧਰੀਏ, ਕਿਰਪਾ ਅਕਾਲ ਆਦਿ ਸ਼ਕਤ ਮਾਏ। ਐ ਖਾਲਸਾ ਜੀ ਫਿਕਰ ਨਾ ਕਰੋ ਕਿ ਪੰਥ ਖਤਮ ਹੋ ਜਾਏਗਾ, ਪੰਥ ਨਹੀਂ ਖਤਮ ਹੋਵੇਗਾ। ਇਹ ਅਕਾਲ ਪੁਰਖ ਦਾ ਪੰਥ ਹੈ, ਪਰਮਾਤਮਾ ਨੇ ਆਪ ਸਜਾਇਆ। ਠਾੜ ਭਇਓ ਮੈਂ ਜੋਰ ਕਰ, ਜਦੋਂ ਪਾਤਸ਼ਾਹ ਦੇ ਚਰਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਿਹਾ ਕਿ ਰੱਬ ਜੀ ਇਹ ਪੰਥ ਤਾਂ ਚਲੇਗਾ ਜਬ ਤੁਮ ਕਰੋ ਸਹਾਇ, ਜਦੋਂ ਆਪ ਜੀ ਸਹਾਇਤਾ ਕਰੋਗੇ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਤੇ ਰੱਬ ਦਾ ਪੰਥ ਹੈ ਭਾਈ, ਅਕਾਲ ਪੁਰਖ ਦਾ ਪੰਥ ਹੈ, ਵਾਹਿਗੁਰੂ ਦਾ ਪੰਥ ਹੈ, ਕਦੇ ਖਤਮ ਨਹੀਂ ਹੋਵੇਗਾ। ਭਾਵੇਂ ਇੱਕ ਸਿੰਘ ਵੀ ਰਹਿ ਜਾਏਗਾ, ਫਿਰ ਇੱਥੋਂ ਲੱਖਾਂ ਹੋਰ ਪੈਦਾ ਹੋ ਜਾਣਗੇ। ਝਾੜੀਆਂ ਵਿੱਚ ਜਰੇ ਜਰੇ ਵਿੱਚ ਗੁਰੂ ਕੇ ਪਿਆਰੇ ਆਪਣੇ ਆਪ ਖਾਲਸਾ ਸਿੰਘ ਸੱਜ ਜਾਣਗੇ। ਖਾਲਸਾ ਜੀਓ, ਇਹ ਖਾਲਸੇ ਨੂੰ ਕੋਈ ਮਾਰ ਨਹੀਂ ਸਕੇਗਾ। ਖਾਲਸਾ ਕਾਲ ਪੁਰਖ ਕੀ ਫੌਜ ਹੈ, ਰੱਬ ਦੇ ਪਿਆਰੇ ਹਨ। ਫਿਕਰ ਨਾ ਕਰੋ ਸਿੰਘ ਸੂਰਮਿਓ,
ਘਬਰਾਓ ਨਾ। ਪ੍ਰਥਮ ਖਾਲਸੇ ਕੋ ਬਚ ਮਾਨਿਓ ਤਜ ਆਨੰਦਪੁਰ ਬਿਲਮ ਨ ਲਾਏ। ਅਸੀਂ ਪਹਿਲਾਂ ਖਾਲਸੇ ਦਾ ਬਚਨ ਮੰਨਿਆ ਸੀ, ਆਨੰਦਪੁਰ ਸਾਹਿਬ ਛੱਡ ਕੇ ਆ ਗਏ ਨਾ, ਦੇਰੀ ਲਾਈ ਨਹੀਂ। ਦੇਖੋ ਉਹਨਾਂ ਮੁਗਲਾਂ ਨੇ ਪੂਰਾ ਜ਼ੋਰ ਲਾ ਲਿਆ, ਪਰ ਜਦੋਂ ਪੰਥ ਦਾ ਹੁਕਮ ਹੋਇਆ ਮਹਾਰਾਜ ਹੁਣ ਕਿਲਾ ਛੱਡ ਕੇ ਚਲੇ ਜਾਓ, ਤੇ ਖਾਲਸਾ ਤੁਹਾਡਾ ਹੁਕਮ ਮੰਨਿਆ, ਤੁਹਾਡਾ ਹੁਕਮ ਮੰਨ ਕੇ ਅਸੀਂ ਕਿਲਾ ਛੱਡ ਕੇ ਆ ਗਏ। ਅਬ ਹਮ ਕਿਉ ਨ ਮਾਨੇ ਕਹਿਬੋ ਮਮ ਹਿਤ ਤਿਆਗੇ ਸਿੱਖਨ ਪ੍ਰਾਨ। ਐ ਗੁਰੂ ਕੇ ਪਿਆਰਿਓ, ਹੁਣ ਤੁਹਾਡਾ ਬਚਨ ਕਿਉਂ ਨਹੀਂ ਮੰਨਾਂਗੇ? ਜਿਨ੍ਹਾਂ ਨੇ ਸਾਡੇ ਖਾਤਰ ਆਪਣੇ ਘਰ-ਬਾਰ ਛੱਡੇ, ਆਪਣੇ ਬੱਚੇ ਛੱਡੇ, ਆਪਣੀ ਜਾਨਾਂ ਨਿਸ਼ਾਵਰ ਕੀਤੀਆਂ, ਆਪਣੇ ਸੀਸ ਤਲੀ ਤੇ ਧਰ ਕੇ ਸਾਡੇ ਸਾਹਮਣੇ ਆ ਗਏ। ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਤੁਹਾਡੇ ਲਈ ਕਿਉਂ ਨਹੀਂ ਅਸੀਂ ਜਾਨ ਕੁਰਬਾਨ ਕਰਾਂਗੇ? ਜ਼ਰੂਰ ਕਰਾਂਗੇ। ਤੇ ਪਾਤਸ਼ਾਹ ਹੁਣ ਇਹਨਾਂ ਪੰਜਾਂ ਦਾ ਹੁਕਮ ਮੰਨ ਕੇ ਗੜੀ ਤੋਂ ਬਾਹਰ ਆ ਰਹੇ ਹਨ। 3 ਸਿੰਘਾਂ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਇਹਨਾਂ ਪੰਜਾਂ ਨੂੰ ਪਾਤਸ਼ਾਹ ਕਿਵੇਂ ਮਹਾਰਾਜ ਨੇ ਹੋਰ ਬਖਸ਼ਿਸ਼ ਕਰਦੇ ਰਹੇ। ਮਹਾਰਾਜ ਇਹ 5 ਹੀ ਖਾਲਸਾ ਜੀ ਸਾਰੇ ਪਾਸੇ ਵਰਤਦੇ ਹਨ, ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਰੱਖਣ ਸਾਰੇ ਖਾਲਸੇ ਪੰਥ ਨੂੰ। ਇਹਨਾਂ 5 ਸਿੰਘਾਂ ਉੱਤੇ ਮਹਾਰਾਜ ਆਪਣਾ ਭਰੋਸਾ ਦੀਵਾਨ ਕਿ ਪੰਚ ਜੋ ਕਰ ਦਵੇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਉਹ 5 ਪਰਮੇਸ਼ਰ ਹਨ ਖਾਲਸਾ ਜੀਓ। ਇਹ ਪਾਤਸ਼ਾਹ ਆਪ ਕਿਰਪਾ ਕਰਨ। 2 ਬੇਨਤੀਆਂ ਹਨ। ਗੁਰਬਾਣੀ ਸੰਥਿਆ ਸਮਾਗਮ, ਕਿਉਂਕਿ ਖਾਲਸਾ ਜੀ ਭਾਵੇਂ ਆਪ ਸਾਰੇ ਪੜ੍ਹੇ ਲਿਖੇ ਹੋ, ਬਹੁਤ ਵਿਦਵਾਨ ਹੋ, ਪਟਿਆਲਾ ਸ਼ਹਿਰ ਇਹ ਗੜ੍ਹ ਹੈ ਖਾਲਸਾ ਜੀਓ, ਜਿੱਥੇ ਗੁਰਬਾਣੀ ਦਾ ਬਹੁਤ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। ਪਹਿਲਾਂ ਵੀ ਸੰਤ ਮਹਾਤਮਾ ਆਉਂਦੇ ਰਹੇ, ਟਕਸਾਲ ਵਾਲੇ ਸਿੰਘ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਾਬਾ ਠਾਕੁਰ ਸਿੰਘ ਜੀ ਸੰਤ ਮਹਾਤਮਾ ਪੁਰਸ਼, ਤੇ ਬਾਣੀ ਦਾ ਪ੍ਰਚਾਰ ਪ੍ਰਚਾਰ ਇੱਥੇ ਕਰਦੇ ਰਹੇ। ਫਿਰ ਵੀ ਚਲੋ ਹਰ ਸਾਲ ਕੋਈ ਨਾ ਕੋਈ ਸਮਾਗਮ ਹੋ ਜਾਂਦਾ ਹੈ। 2014 ਵਿੱਚ ਵੀ ਖਾਲਸਾ ਜੀ ਜੂਨ ਦੇ ਮਹੀਨੇ ਵਿੱਚ ਇੱਥੇ ਸੰਥਿਆ ਹੋਈ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਠ ਬਹੁਤ ਸਮਾਗਮ। ਉਸ ਵਿੱਚ ਵੀ ਲਗਭਗ 400-500 ਸਿੰਘਾਂ ਨੇ ਸੇਵਾ ਲਈ ਸੀ, ਬਾਣੀ ਸੰਥਿਆ ਕੀਤੀ ਸੀ। ਪਰ ਜਿਤਨੀ ਸੰਥਿਆ ਹੋ ਜਾਵੇ ਉਤਨੀ ਘੱਟ ਹੁੰਦੀ ਹੈ। ਟਕਸਾਲ ਵਿੱਚ ਇੱਕ ਸਿੰਘ ਨੇ 25 ਸਾਲ ਸੰਥਿਆ ਕੀਤੀ ਜਪਜੀ ਸਾਹਿਬ ਦੀ। 25 ਸਾਲ ਜਪਜੀ ਸਾਹਿਬ ਹੀ ਪੜਦਾ ਰਿਹਾ। ਕਿਸੇ ਨੇ ਪੁੱਛ ਲਿਆ ਵੀ ਸਿੰਘਾ ਬਸ ਕਰ, ਹੁਣ ਤਾਂ ਰਜਿਆ ਨਹੀਂ? ਕਹਿੰਦਾ ਨਾ ਯਾਰ, ਰਜਿਆ ਨਹੀਂ ਅਜੇ। ਜਿਤਨੀ ਸੰਥਾ ਪਾਣੀ ਦੀ ਸ਼ੁੱਧ ਹੋ ਜਾਵੇ ਉਤਨੀ ਘੱਟ ਹੈ। ਰੋਮ ਰੋਮ ਵਿੱਚ ਬਾਣੀ ਵਸ ਜਾਵੇ ਉਤਨਾ ਭਲਾ ਹੁੰਦਾ ਹੈ ਖਾਲਸਾ ਜੀ। ਅਸੀਂ ਤਾਂ ਇੱਕੋ ਵਾਰੀ ਥੱਕ ਗਏ ਆ, ਬਸ ਕਰੋ ਜੀ, ਹੁਣ ਤਾਂ ਅਸੀਂ ਗਿਆਨੀ ਬਣ ਗਏ ਆ, ਸਾਨੂੰ ਕੀ ਲੋੜ ਹੈ? ਨਹੀਂ ਭਾਈ, ਅੱਖਰ ਲਗ ਮਾਤਰ ਸੋਧ ਕੇ ਬਾਣੀ ਦੀ ਵਿਚਾਰ ਕਰਨੀ, ਬਾਣੀ ਪੜ੍ਹਨੀ, ਉਹਨੂੰ ਕਹਿੰਦੇ ਸੰਥਿਆ। ਸੰਥਿਆ ਉਹਨੂੰ ਕਹਿੰਦੇ ਨਾ ਵੀ ਬਿੰਦੀ ਬੁੰਦੀ ਲਾ ਕੇ ਨਹੀਂ, ਬੜੀਆਂ ਬਿੰਦੀਆਂ ਅੱਜ ਤੱਕ ਟੋਕਰੇ ਭਰੇ, ਚੱਲ ਵੀ ਤੂੰ ਲਾ ਦੇ ਨਾ। ਅੱਜ ਕੱਲ ਬਹੁਤ ਸਾਰੇ ਗਿਆਨੀ ਆਪਣੇ ਆਪ ਹੀ ਕਹਿ ਲੋ ਬਣ ਗਏ ਖਾਲਸਾ ਜੀਓ, ਪਰ ਜੋ ਸੰਪਰਦਾ ਦੀ ਮਰਿਆਦਾ ਹੈ ਉਹੀ ਹੈ ਨਾ ਖਾਲਸਾ ਜੀਓ। ਜਿਹਨਾਂ ਕਲਗੀਧਰ ਪਾਤਸ਼ਾਹ ਤੋਂ 2 ਸਿੰਘਾਂ ਨੇ, ਉਦੋਂ 48 ਸਿੰਘ ਸਨ, ਤੇ 2 ਉਥੋਂ ਮੁਖੀ ਸਨ, ਜਦ ਭਾਈ ਖਾਲਸਾ ਜੀ ਮਨੀ ਸਿੰਘ ਜੀ ਤੇ ਬਾਬਾ ਦੇਵ ਸਿੰਘ ਜੀ। ਉਹਨਾਂ ਤੋਂ ਅੱਗੇ ਸੰਪਰਦਾਵਾਂ ਅਨੇਕ ਤੁਰੀਆਂ, ਅਨੇਕਾਂ ਸ਼ਾਖਾਵਾਂ ਤੁਰੀਆਂ, ਜੋ ਅੱਜ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਤੇ ਜਿਹਦੇ ਸੰਬੰਧ ਵਿੱਚ ਖਾਲਸਾ ਜੀਓ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਗੁਰਬਾਣੀ ਸੰਥਿਆ ਸਮਾਗਮ ਹੋ ਰਹੇ ਹਨ, ਜਿਸ ਵਿੱਚ ਜਪਜੀ ਸਾਹਿਬ ਜੋ ਅੰਮ੍ਰਿਤ ਵੇਲੇ ਦੀ ਬਾਣੀਆਂ ਹਨ, ਸ਼ਾਮ ਦੀ ਬਾਣੀਆਂ ਤੇ ਰਾਤ ਦੀ ਬਾਣੀ 16 ਸਾਹਿਬ, ਇਹ ਨਿਤਨੇਮ ਦੀ ਬਾਣੀਆਂ, ਇਹਦੇ ਨਾਲ ਸ੍ਰੀ ਸੁਖਮਨੀ ਸਾਹਿਬ ਤੇ ਨਾਲ ਹੀ ਸ਼ਲੋਕ ਮਹੱਲਾ ਨਾਵਾਂ, ਇਹਦੀ ਸੰਥਿਆ ਹੋਵੇਗੀ। ਟਾਈਮ ਸਵੇਰੇ 10 ਤੋਂ 12 ਵਜੇ ਤੱਕ ਹੈ। ਦੀਵਾਨ ਹਾਲ ਆਪਣਾ ਜਿਹੜਾ ਨੇੜੇ ਹੀ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਦੀਵਾਨ ਹਾਲ ਇੱਥੇ, ਤੇ ਉੱਥੇ ਆਪ ਜੀ ਨੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਤੇ ਜਿਨ੍ਹਾਂ ਨੇ ਨਾਮ ਨਹੀਂ ਲਿਖਾਏ ਅੱਜ ਨਾਮ ਲਿਖਾ ਦਿਓ, ਤੁਹਾਡਾ ਪ੍ਰਬੰਧ ਸਾਰਾ ਹੋਵੇਗਾ। ਗੁਟਕੇ ਸਾਹਿਬ ਬੋਤੀ ਸਾਹਿਬ ਮੰਗਾਈ ਜਾਣਗੇ, ਇਸ ਕਰਕੇ ਆਪ ਫਟਾਫਟ ਹਮਲੇ ਮਾਰੋ। ਜਿਹੜੇ ਵਿਦਵਾਨ ਵੀ ਹਨ, ਪੜ੍ਹੇ ਲਿਖੇ ਹਨ, ਉਹ ਵੀ ਆ ਜਾਓ ਭਾਈ। ਜਿਤਨੀ ਸੰਥਿਆ ਹੋ ਜਾਵੇ ਉਤਨੀ ਘੱਟ ਹੁੰਦੀ ਹੈ। ਤੇ ਖਾਲਸਾ ਸਿੰਘ ਸਾਹਿਬ
ਗਿਆਨੀ ਰਘੁਬੀਰ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਭਾਈ ਹਰਮਿੱਤਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਤੋਂ ਖਾਲਸਾ ਜੀਓ, ਤੇ ਨਾਲ ਹੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਮੁੱਖ ਅਰਦਾਸੀ ਸ੍ਰੀ ਦਰਬਾਰ ਸਾਹਿਬ ਤੋਂ। ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਤੋਂ ਖਾਲਸਾ ਸੁਨੇਹਾ ਆਇਆ ਹੈ ਵੀ ਆ ਕੇ ਸੰਥਿਆ ਕਰੀਏ ਤੇ ਸਾਰੇ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਹੋਈਏ। ਚਰਨੀ ਲੱਗੀ ਬਾਣੀ ਦੀ, ਇੱਕ ਮੁਹਾਵਰਾ ਚਰਨੀ ਲੱਗਣਾ। ਪਹਿਲਾਂ ਕੀ ਮਰਿਆਦਾ ਹੁੰਦੀ ਸੀ ਕਿ ਚਰਨੀ ਲੱਗਣਾ ਹੁੰਦਾ ਸੀ, ਕੋਈ ਸਿੰਘ ਆ ਕੇ ਦੇਗ ਲੈ ਕੇ ਆਵੇ, ਅਰਦਾਸ ਕਰਾਵੇ ਸਿੰਘ ਸਾਹਿਬਾਨ ਤੋਂ ਜਿਹੜੇ ਚੋਰ ਸਾਹਿਬਦਾਰ ਕਰਦੇ ਹੁਣ, ਮਹਾਰਾਜ ਅਰਦਾਸ ਕਰੋ ਵੀ ਸਾਨੂੰ ਚਰਨੀ ਲਗਾਓ, ਤੇ ਅਰਦਾਸ ਕਰਕੇ ਫਿਰ ਤਾਬੇ ਬਹਿੰਦੇ ਸਨ ਖਾਲਸਾ ਜੀ ਗੁਰੂ ਪਾਤਸ਼ਾਹ ਦੀ, ਉਹਨੂੰ ਕਹਿੰਦੇ ਚਰਨੀ ਲੱਗਣਾ। ਅੱਜ ਕੱਲ ਅਸੀਂ ਭੁੱਲ ਗਏ ਆ ਖਾਲਸਾ ਜੀ। ਇਹ ਮਰਿਆਦਾ ਹੈ ਕਿ ਸ਼ੁੱਧ ਬਾਣੀ ਦਾ ਸੰਥਿਆ ਲਈਏ, ਪਾਠ ਬੋਧ ਸਿੱਖੀਏ, ਤੇ ਫਿਰ ਸਾਨੂੰ ਅਰਥ ਬੋਧ ਆਤਮ ਬੋਧ ਤਾਂ ਹੀ ਆਵੇਗਾ। ਜੇ ਗਲਤ ਮਲਤੀ ਕਰਾਂਗੇ ਤਾਂ ਗੱਲ ਬਣੇਗੀ ਨਹੀਂ। ਇਸ ਕਰਕੇ ਸਾਰੇ ਤਿਆਰ ਬਰ ਤਿਆਰ ਹੋਈਏ। ਦੂਜੀ ਬੇਨਤੀ ਹੈ, ਕੱਲ ਐਤਵਾਰ ਨੂੰ ਟੋੜੇ ਪਿੰਡ ਵਿਖੇ ਇੱਕ ਮਹਾਨ ਗੁਰਮਤਿ ਸਮਾਗਮ ਹੈ ਸਵੇਰੇ 10 ਤੋਂ 12 ਵਜੇ ਤੱਕ, ਜਿਸ ਵਿੱਚ ਭਾਈ ਰਣਜੀਤ ਸਿੰਘ ਜੀ ਜਥੇਦਾਰ ਸ੍ਰੀ ਪਟਨਾ ਸਾਹਿਬ ਗੋਹਰੇ ਮਸਕੀਨ ਜੀ ਹਾਜ਼ਰੀ ਭਰ ਰਹੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ, ਸਵੇਰੇ 9:30 ਵਜੇ ਤੋਂ ਬੱਸ ਜਾਵੇਗੀ। ਜਿਨ੍ਹਾਂ ਨੇ ਇਸ ਸਮਾਗਮ ਵਿੱਚ ਖਾਲਸਾ ਜੀ ਲਾਹਾ ਪ੍ਰਾਪਤ ਕਰਨਾ ਹੈ, ਸਵੇਰੇ 9:30 ਵਜੇ ਦਫ਼ਤਰ ਦੇ ਨੇੜੋਂ ਬੱਸ ਜਾਵੇਗੀ। ਤੇ ਕੱਲ ਐਤਵਾਰ ਦਾ ਸਮਾਂ ਹੈ, ਸਵੇਰੇ 10 ਤੋਂ ਲੈ ਕੇ 12 ਵਜੇ ਤੱਕ ਟੋੜੇ ਪਿੰਡ ਵਿੱਚ ਇਹ ਗੁਰਮਤਿ ਸਮਾਗਮ ਹੈ। ਤੇ ਅੱਜ ਸ੍ਰੀ ਨਾਨਕਸਰ ਕੁਟੀਆ ਵਿੱਚ ਖਾਲਸਾ ਜੀਓ ਰਾਗੀ ਬੀਬੀ ਰਜਿੰਦਰ ਕੌਰ ਜੀ ਤੇ ਇਸੇ ਤਰ੍ਹਾਂ ਖਾਲਸਾ ਜੀ ਪੰਜ ਸਿੰਘ ਸਾਹਿਬਾਨ ਭਾਵ ਜਿਹੜੇ ਖਾਲਸਾ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਡ ਗ੍ਰੰਥੀ ਹਨ ਉਹ ਹਾਜ਼ਰੀ ਭਰ ਰਹੇ ਹਨ। ਪੰਜ ਪਿਆਰੇ ਸਾਹਿਬਾਨ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਹੈਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ, ਹੈਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਜੀ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਅਤੇ ਖਾਲਸਾ ਜੀ ਹੋਰ ਗੁਰੂ ਕੇ ਪਿਆਰੇ ਹਾਜ਼ਰੀ ਭਰ ਰਹੇ ਹਨ। ਤੇ ਗਿਆਨੀ ਹਰਪਾਲ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੈਡ ਗ੍ਰੰਥੀ ਸਾਹਿਬਾਨ ਹੋਰ ਸਿੰਘ ਸਾਹਿਬਾਨ ਹਾਜ਼ਰੀ ਭਰ ਰਹੇ ਹਨ। ਤੇ ਖਾਲਸਾ ਇਸੇ ਤਰ੍ਹਾਂ ਕੱਲ ਗਿਆਨੀ ਹਰਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਕਥਾ ਦਾ ਸਮਾਗਮ ਉਹਨਾਂ ਦਾ ਹੈ, ਉਹ ਕੱਲ ਦਾ ਸਮਾਂ ਹੈ। ਤੇ ਬੀਬੀ ਪ੍ਰੋਫੈਸਰ ਰਜਿੰਦਰ ਕੌਰ ਵੀ ਕੱਲ ਦੇ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹਨ। ਇਸ ਕਰਕੇ ਆਪ ਜੀ ਨੇ ਸਾਰੇ ਸਮਾਗਮ ਨੋਟ ਕਰਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸੰਥਿਆ ਸਮਾਗਮ ਹੈ ਉਸ ਵਿੱਚ ਵੱਧ ਚੜ ਕੇ ਸਭ ਨੇ ਸੇਵਾ ਵੀ ਕਰਨੀ ਹੈ। ਕੋਈ ਭਾਈ ਜਲਦੀ ਸੇਵਾ ਕਰੇ, ਕੋਈ ਚਾਹ ਠੰਡ ਹੈ ਨਾ, ਕੋਈ ਦੁੱਧ ਬਣਾਵੇ, ਕੋਈ ਖਾਲਸਾ ਬਦਾਮ ਲੈ ਕੇ ਆਵੇ, ਤੇ ਸਭ ਨੇ ਸੇਵਾ ਵੀ ਕਰਨੀ ਹੈ ਤੇ ਆਪ ਸੰਥਿਆ ਵੀ ਕਰਨੀ ਹੈ। 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਇਹ ਸੰਥਿਆ ਸਮਾਗਮ ਹੈ। ਟਾਈਮ 10 ਤੋਂ 12 ਵਜੇ ਤੱਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਇਹ ਦੀਵਾਨ ਹਾਲ, ਇੱਥੇ ਸੰਥਿਆ ਹੋਵੇਗੀ ਜੀ। हे अच्युत हे पार ब्रह्मा नासी अगनास, हे पूरन हे सर्वमय पंजन गुण तास, हे संगी हे निरंकार गुण सब टेक, हे गोविंद हे गुण निधान सदा विवेक, हे अपरंपर हर हरे हार, हे संत है कै सदा संग आधार, हे ठाकुर हो दासरो गुण गुण नहीं कोई, नानक दीजै नाम दान परोए, आए प्रभु शरणागति निध दयाल, एक अखर हर मन बसत होत निहाल, वाहिगुरु नाम जहाज है सो तेरे पार, जो शरदा कर सेव दे तार निहाल, वाहिगुरु नाम जहाज है सो तेरे पार, जो शरदा कर सेव दे पार उतार निहाल। वाहिगुरु जी का खालसा वाहिगुरु जी की फतेह।